नमस्कार विद्यार्थियों, ਅੱਜ ਅਸੀਂ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਅਤੇ ਸੈਂਟਰਲ ਟੀਚਰ ਐਲੀਜੀਬਿਲਟੀ ਟੈਸਟ ਦੇ ਅੰਤਰਗਤ ਐਸਐਸਟੀ ਦਾ ਟੌਪਿਕ ਪੋਸਟ ਮੌਰੀਅਨ ਪੀਰੀਅਡ ਡਿਸਕਸ ਕਰਨ ਜਾ ਰਹੇ ਹਾਂ। ਆਓ ਸ਼ੁਰੂ ਕਰਦੇ ਹਾਂ। ਪੋਸਟ ਮੌਰੀਅਨ ਏਜ ਯਾਨੀ ਕਿ ਉੱਤਰ ਮੌਰੀਆ ਕਾਲ। ਇਹਦੇ ਵਿੱਚ ਅਸੀਂ ਕੀ ਦੇਖਦੇ ਹਾਂ, ਜਿਵੇਂ ਕਿ ਕੱਲ ਤੁਹਾਨੂੰ ਮੌਰੀਆ ਕਾਲ ਦੇ ਅੰਤ 'ਚ ਵੀ ਦੱਸਿਆ ਸੀ ਕਿ ਮੌਰੀਆ ਕਾਲ ਦਾ ਅੰਤ ਕਿਵੇਂ ਹੋਇਆ। ਜਿਹੜਾ ਮੌਰੀਆ ਕਾਲ ਦੇ ਵਿੱਚ ਅਸ਼ੋਕ ਤੋਂ ਬਾਅਦ 50 ਸਾਲ ਐਸੇ ਰਾਜਿਆਂ ਦਾ ਰਾਜ ਸੀ ਜਿਨ੍ਹਾਂ ਨੇ ਸ਼ਕਤੀ ਪ੍ਰਦਰਸ਼ਨ ਹੀ ਨਹੀਂ ਕੀਤਾ, ਜਿਹਦੇ ਸਿੱਟੇ ਵਜੋਂ ਜਿਹੜਾ ਬ੍ਰਹਿਦਰਥ ਨਾਂ ਦਾ ਰਾਜਾ ਸੀ, ਉਹਦਾ ਮੰਤਰੀ ਪੁਸ਼ਯਮਿੱਤਰ ਸ਼ੁੰਗ, ਉਹਨੇ ਹੌਲੀ ਹੌਲੀ ਉਹਨਾਂ ਦਾ ਤਖਤਾ ਪਲਟ ਕਰਤਾ। ਦੇਖੋ, the collapse of the Mauryan rule in 180 BCE paved the way for the emergence of several powers in the Indian subcontinent। ਕਹਿੰਦਾ 187 BCE ਦੇ ਲਗਭਗ ਜਿਹੜਾ ਮੌਰੀਆ ਕਾਲ ਦਾ ਪਤਨ ਸੀ, ਉਹਨੇ ਕੀ ਕੀਤਾ, ਉਹਦੇ ਨਾਲ ਜਿਹੜਾ ਭਾਰਤ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸ਼ਕਤੀਆਂ ਉੱਭਰ ਕੇ ਸਾਹਮਣੇ ਆਈਆਂ। ਕੁੱਲ ਮਿਲਾ ਕੇ ਮੌਰੀਆ ਕਾਲ ਤੋਂ ਬਾਅਦ ਕੋਈ ਵੀ ਸ਼ਕਤੀਸ਼ਾਲੀ ਰਾਜਵੰਸ਼ ਸਥਾਪਿਤ ਨਹੀਂ ਹੋਇਆ ਜਦੋਂ ਤੱਕ ਕਿ ਗੁਪਤ ਕਾਲ ਨਹੀਂ ਆਇਆ। ਪੂਰੀ ਐਂਸ਼ੀਅੰਟ ਹਿਸਟਰੀ ਦੇ ਵਿੱਚ ਜੇ ਦੇਖੀਏ ਤਾਂ ਮੌਰੀਆ ਕਾਲ ਤੇ ਗੁਪਤ ਕਾਲ, ਇਹ ਦੋ ਐਸੇ ਰਾਜ ਨੇ ਜਿਨ੍ਹਾਂ ਦੇ ਦੌਰਾਨ ਪੂਰੇ ਭਾਰਤ ਦੀ ਸ਼ਕਤੀ ਦਾ ਗਠਨ ਇੱਕ ਥਾਂ ਤੇ ਸੀ, ਜਾਂ ਇਹ ਕਹਿ ਲਓ ਅਖੰਡ ਭਾਰਤ ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਬਾਅਦ ਤੇ ਗੁਪਤ ਕਾਲ ਤੋਂ ਪਹਿਲਾਂ, ਮੌਰੀਆ ਕਾਲ ਤੋਂ ਬਾਅਦ ਤੇ ਗੁਪਤ ਕਾਲ ਤੋਂ ਪਹਿਲਾਂ ਕਿਸੇ ਵੀ ਮੇਜਰ ਸ਼ਕਤੀ ਨੇ ਇੰਡੀਆ ਦੇ ਵਿੱਚ ਰਾਜ ਨਹੀਂ ਕੀਤਾ, ਬਲਕਿ ਪੂਰਾ ਦਾ ਪੂਰਾ ਇੰਡੀਅਨ ਸਬਕੌਂਟੀਨੈਂਟ ਛੋਟੀਆਂ ਛੋਟੇ ਖੇਤਰਾਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੀਆਂ ਸ਼ਕਤੀਆਂ ਦੇ ਅੰਤਰਗਤ ਸੀਗਾ। The period from the decline of Mauryas to the rise of Guptas, 2nd century BCE 187 BCE ਤੋਂ ਲੈ ਕੇ 3rd century CE ਕਹਿੰਦੇ ਆ ਕਾਮਨ ਐਰਾ ਨੂੰ। ਇਹ ਡੇਟਸ ਨੂੰ ਦਰਸਾਉਣ ਦਾ ਤਰੀਕਾ ਹੁੰਦਾ ਹੈ, ਤਿੰਨ ਤਰੀਕੇ ਹੁੰਦੇ ਨੇ, AD, BCE, CE। ਠੀਕ ਹੈ ਜੀ, ਤਿੰਨ ਜਿਹੜੇ ਅਸੀਂ ਟਰਮਸ ਪੜ੍ਹਦੇ ਹਾਂ ਇਹਦੇ ਵਿੱਚ। AD ਦਾ ਮਤਲਬ ਹੁੰਦਾ ਐਨੋ ਡੋਮਿਨੀ। ਐਨੋ ਡੋਮਿਨੀ ਮਤਲਬ ਜਿਹੜਾ ਈਅਰ ਕ੍ਰਿਸਚੀਅਨ ਦੇ ਈਅਰ ਬਰਥ ਈਅਰ ਨੂੰ ਰਿਪਰੈਜ਼ੈਂਟ ਕਰਦਾ, ਉਹਨੂੰ ਅਸੀਂ AD ਕਹਿ ਦਿੰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਵਾਲਾ ਜਿਹੜਾ ਟਾਈਮ ਪੀਰੀਅਡ ਆਉਂਦਾ, 0 ਤੋਂ ਸ਼ੁਰੂ ਹੋ ਗਿਆ, ਈਸਾ ਦੇ ਜਨਮ ਵਾਲੇ ਟਾਈਮ ਤੋਂ ਬਾਅਦ ਵਾਲਾ ਜਿਹੜਾ ਸ਼ੁਰੂ ਹੋ ਗਿਆ, ਉਹਨੂੰ ਅਸੀਂ AD ਨਾਲ ਰਿਪਰੈਜ਼ੈਂਟ ਕਰਨੇ ਆ। ਤੇ ਜਿਹੜਾ BCE ਹੈ, ਉਹਨੂੰ ਅਸੀਂ ਕਹਿੰਦੇ ਬਿਫੋਰ ਕ੍ਰਾਈਸਟ ਈਰਾ। ਠੀਕ ਹੈ, ਤੇ CE ਨੂੰ ਕਿਹਾ ਜਾਂਦਾ ਕਾਮਨ ਐਰਾ। ਕਾਮਨ ਐਰਾ AD ਲਈ ਯੂਜ਼ ਕੀਤੀ ਜਾਂਦੀ ਹੈ। AD ਲਿਖ ਲਓ, CE ਲਿਖ ਲਓ, ਸੇਮ ਗੱਲ ਹੈ, ਪਰ BCE ਸੇਮ ਗੱਲ ਨਹੀਂ ਹੈਗੀ। BCE ਹੈ ਜਿਹੜੀ ਉਹ ਨੈਗੇਟਿਵ ਚੱਲਦੀ ਹੈ, ਮਤਲਬ ਘਟ ਕੇ ਚੱਲਦੇ ਨੇ ਸਾਲ। 187 ਤੋਂ ਬਾਅਦ 88 ਨਹੀਂ ਆਉਂਦਾ, 186 ਆਉਂਦਾ। ਤੇ 3rd ਸੈਂਚੁਰੀ CE ਦੇ ਵਿੱਚ ਕੀ ਆਊਗਾ, ਉਹਦੇ ਵਿੱਚ ਪੋਜ਼ਿਟਿਵਲੀ ਚੱਲਣਗੀਆਂ, ਜਿਵੇਂ 312 ਆ ਗਿਆ, ਮੰਨ ਲਓ 312, 313, 314 ਵਗੈਰਾ। ਤਾਂ ਇਹ ਪੀਰੀਅਡ ਜਿਹੜਾ ਕਿ ਮੌਰੀਆ ਦੇ ਡਿਕਲਾਈਨ ਤੋਂ ਬਾਅਦ ਦਾ ਸੀ, ਗੁਪਤਿਆਂ ਦੇ ਰਾਈਜ਼ ਹੋਣ ਤੋਂ ਪਹਿਲਾਂ ਦਾ ਸੀ, ਦੋਨਾਂ ਦੇ ਵਿਚਕਾਰ ਦੇ ਸਮੇਂ ਨੂੰ ਹੀ ਅਸੀਂ ਪੋਸਟ ਮੌਰੀਅਨ ਏਜ ਕਹਿੰਦੇ ਹਾਂ। ਉਸ ਤੋਂ ਬਾਅਦ ਕਿਹੜਾ ਐਮਪਾਇਰ ਇਸਟੈਬਲਿਸ਼ ਹੋਇਆ, ਸ਼ੁੰਗ ਐਮਪਾਇਰ। ਸ਼ੁੰਗ ਵੰਸ਼ ਇੱਕ ਮਗਧ ਡਾਇਨੈਸਟੀ ਹੈ that controlled north, central and eastern India as well as parts of the northwest from around 185 to 73 BCE। ਜੇ ਸ਼ੁੰਗ ਐਮਪਾਇਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਸਮੇਂ ਜਿਹੜਾ ਐਮਪਾਇਰ ਬਹੁਤ ਜ਼ਿਆਦਾ ਵਿਕਸਿਤ ਨਹੀਂ ਹੋਇਆ, ਇਹ ਸਾਮਰਾਜ ਨੇ ਬਹੁਤਾ ਪਸਾਰ ਨਹੀਂ ਕੀਤਾ। ਇਹ ਸਾਮਰਾਜ ਮਗਧ ਨੂੰ ਮੇਨ ਲੈ ਕੇ ਚੱਲ ਰਹੇ ਆਪਾਂ। ਮਗਧ ਦੇ ਉੱਪਰ ਸ਼ੁੰਗਾਂ ਦਾ ਸ਼ਾਸਨ ਇਸਟੈਬਲਿਸ਼ ਹੋ ਗਿਆ ਤੇ ਇਹਨਾਂ ਦੇ ਨਾਲ ਨਾਲ ਭਾਰਤ ਤੇ ਨਾਰਥ ਸੈਂਟਰਲ ਤੇ ਈਸਟਰਨ ਇੰਡੀਆ ਨੂੰ ਤੇ ਕੁਝ ਕੁ ਇਲਾਕੇ ਨਾਰਥ ਵੈਸਟ ਦੇ, ਉਹਨਾਂ ਨੂੰ ਕੀ ਕੀਤਾ, ਆਪਣੇ ਅਧੀਨ ਰੱਖਿਆ। ਤੇ ਜਿਹੜਾ ਸ਼ੁੰਗ ਵੰਸ਼ ਹੈ, ਇਹਦੀ ਸਥਾਪਨਾ ਕਦੋਂ ਹੋਈ ਸੀ, ਆਫਟਰ ਦੀ ਫਾਲ ਆਫ ਇੰਡੀਅਨ ਮੌਰਿਆ ਪੜਿਆ। ਜੇ ਹਿਸਟਰੀ ਦੀ ਗੱਲ ਕਰੀਏ, ਸ਼ੁੰਗ ਡਾਇਨੈਸਟੀ ਵਾਸ ਇਸਟੈਬਲਿਸ਼ਡ ਇਨ 185 BCE about 50 years after Ashoka's death when the king ਬ੍ਰਹਿਦਰਥ, ਹੁਣੇ ਤੁਹਾਨੂੰ ਦੱਸਿਆ ਸੀ, ਅਸ਼ੋਕਾ ਤੋਂ ਬਾਅਦ 50 ਸਾਲਾਂ ਤੱਕ ਕਮਜ਼ੋਰ ਰਾਜੇ ਰਾਜ ਕਰਦੇ ਰਹੇ। ਜਿਹੜਾ ਲਾਸਟ ਰਾਜਾ ਸੀ ਮੌਰੀਆ ਕਾਲ ਦਾ, ਉਹ ਬ੍ਰਹਿਦਰਥ ਸੀ। The last ruler of Mauryan ruler was assassinated by the commander-in-chief of the Mauryan armed forces, Pushyamitra Shung। ਲਾਸਟ ਰਾਜਾ ਜਿਹੜਾ ਮੌਰੀਆ ਕਾਲ ਦਾ ਸੀ ਬ੍ਰਹਿਦਰਥ, ਉਹਦਾ ਉਸੇ ਦੇ ਸੈਨਾਪਤੀ ਪੁਸ਼ਯਮਿੱਤਰ ਸ਼ੁੰਗ ਨੇ ਕਤਲ ਕਰਤਾ ਸੀ। ਕਦੋਂ, 185 BCE ਦੇ ਵਿੱਚ। ਪੁਸ਼ਯਮਿੱਤਰ ਸ਼ੁੰਗ became the ruler of Magध and neighboring territories, ਤੇ ਉਹ ਮਗਧ ਤੇ ਉਹਦੇ ਆਲੇ ਦੁਆਲੇ ਦੇ ਇਲਾਕਿਆਂ ਦਾ ਰਾਜਾ ਬਣ ਗਿਆ। He died after ruling for 36 years। 36 ਸਾਲ ਰਾਜ ਕਰਨ ਤੋਂ ਬਾਅਦ ਉਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਹਦਾ ਪੁੱਤਰ ਅਗਨੀਮਿੱਤਰ ਹੈ ਜਿਹੜਾ,
ਉਹ ਗੱਦੀ ਤੇ ਬੈਠਿਆ। 73 BCE 73 BCE ਦੇ ਲਗਭਗ ਮੈਨੂੰ ਲੱਗਦਾ 4 ਰਾਜਿਆਂ ਨੇ ਸ਼ੁੰਗ ਵੰਸ਼ ਦੇ ਅਧੀਨ ਰਾਜ ਕੀਤਾ ਸੀ ਤੇ ਉਸ ਤੋਂ ਬਾਅਦ ਕਨਵਾ ਡਾਇਨੈਸਟੀ ਦੀ ਜਿਹੜੀ ਸਥਾਪਨਾ ਹੋ ਗਈ ਸੀ। Extent of the empire, ਇਹਦੀ ਹੱਦ। Kingdom of the Pushyamitra Shung was extended up to Narmada in the south। ਇਹਦੀਆਂ ਜਿਹੜੀਆਂ ਲਿਮਿਟਸ ਆਪਾਂ ਦੇਖਦੇ ਹਾਂ, ਇੰਪਾਇਰ ਫੈਲਿਆ ਹੋਇਆ ਸੀ and controlled ਜਲੰਧਰ ਐਂਡ ਸਿਆਲਕੋਟ in the ਪੰਜਾਬ in the north west। ਤੇ ਨਾਰਥ ਵੈਸਟ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਲੰਧਰ ਤੇ ਸਿਆਲਕੋਟ ਜਿਹੜਾ ਕਿ ਅੱਜਕੱਲ ਪਾਕਿਸਤਾਨ ਹੈ ਇੱਥੋਂ ਤੱਕ ਫੈਲਿਆ ਹੋਇਆ ਸੀ। ਐਂਡ the city of Ujjain in the central India। ਤੇ ਜੇ ਕੇਂਦਰੀ ਇੰਡੀਆ ਦੀ ਗੱਲ ਕਰੀਏ, ਕੇਂਦਰੀ ਭਾਰਤ ਦੀ ਗੱਲ ਕਰੀਏ ਤਾਂ ਸਿਟੀ ਆਫ ਉਜੈਨ ਤੱਕ ਫੈਲਿਆ ਹੋਇਆ ਸੀ। ਕਿਉਂਕਿ ਤੁਸੀਂ ਉੱਪਰ ਪੜ੍ਹ ਕੇ ਆਏ ਹੋ, ਮੈਂ ਦੱਸਿਆ ਸੀ ਕਿ ਇਹਨਾਂ ਨੇ ਮਗਧ ਦੇ ਨਾਲ ਨਾਲ ਕੁਝ ਸਾਊਥ ਦੇ ਇਲਾਕੇ, ਨਾਰਥ ਵੈਸਟ ਦੇ ਇਲਾਕੇ ਤੇ ਸੈਂਟਰਲ ਇੰਡੀਆ ਦੇ ਇਲਾਕੇ ਨਾਲ ਸਾਂਭੇ ਹੋਏ ਸੀ ਜਿਨ੍ਹਾਂ ਤੇ ਇਹ ਰਾਜ ਕਰਦੇ ਸੀ। ਸ਼ੁੰਗਾ ਰੂਲਰ ਇਨ ਇੰਡੀਆ ਅਕੋਰਡਿੰਗ ਟੂ ਦਾ ਪੁਰਾਣਸ ਲਾਸਟਡ ਫॉर 112 ਈਅਰਸ। ਇਹ ਆਪਾਂ ਉੱਪਰ ਵੀ ਦੇਖ ਲਿਆ ਕਿ ਇਹਨਾਂ ਨੇ ਲਗਭਗ 112 ਸਾਲ ਰਾਜ ਕੀਤਾ, ਠੀਕ ਹੈ, ਕਿਉਂਕਿ 185 ਤੋਂ ਲੈ ਕੇ 73 ਮਾਈਨਸ ਕਰ ਲਓ, ठीक है, 112 साल ही बनूंगे, नेगेटिव में चलूगा 185, 184, 83, 82, 81। मगधा वाज द न्यूक्लियस ऑफ द किंग। पूरे साम्राज्य का केंद्र बिंदु मगध रहा। द लास्ट जिहड़ा शुंग राजा सी देवभूति सी जिन्हें लगभग 10 साल राज किया 83 तो लैके 73 BCE तक। ही वाज असैसिनेटेड बाय हिज मिनिस्टर वासुदेव कनव। जो इन्होंने किया सी इन्हां दे नाल ओही होया। जिहड़ा लास्ट राजा सी देवभूति ਉਹਦੇ ਹੀ ਮੰਤਰੀ ਨੇ ਵਾਸੁਦੇਵ ਕਨਵ ਨੇ ਉਹਦੀ ਕਤਲ ਕਰਤਾ, ਉਹਦਾ ਹੱਤਿਆ ਕਰਤੀ। ਦ ਸ਼ੁੰਗ ਡਾਇਨੈਸਟੀ ਵਾਸ ਦੈਨ ਰਿਪਲੇਸਡ ਬਾਈ ਦਾ ਸਬਸੀਕੁਐਂਟ ਕਨਵ। ਤਾਂ ਇਸ ਤਰੀਕੇ ਨਾਲ ਸ਼ੁੰਗ ਵੰਸ਼ ਦੀ ਥਾਂ ਤੇ ਕਿਹੜਾ ਵੰਸ਼ ਸਥਾਪਿਤ ਹੋ ਗਿਆ ਮਗਧ ਦੇ ਵਿੱਚ? ਕਨਵ ਵੰਸ਼। ਇੱਕ ਗੱਲ ਮੈਂ ਕਲੀਅਰ ਕਰ ਦਿਆਂ, ਆਪਾਂ ਜਿਵੇਂ ਜਿਵੇਂ ਅੱਗੇ ਅੱਗੇ ਹਿਸਟਰੀ ਦੇ ਅਕੋਰਡਿੰਗ ਹੀ ਚੱਲ ਰਹੇ ਹਾਂ, ਟਾਈਮ ਲਾਈਨ ਦੇ ਅਕੋਰਡਿੰਗ, ਪਰ ਜਿਹੜਾ ਇਹ ਪੋਸਟ ਮੌਰੀਅਨ ਪੀਰੀਅਡ ਹੈ ਇਹਦੇ ਵਿੱਚ ਪੂਰਾ ਭਾਰਤ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਟੁੱਟ ਗਿਆ ਸੀ। ਹਾਲੇ ਅਸੀਂ ਉਹ ਟਾਈਮ ਲਾਈਨ ਪੜ੍ਹ ਰਹੇ ਹਾਂ ਜਿਹੜੀ ਕੇਵਲ ਮਗਧ ਤੇ ਰਾਜ ਕਰ ਰਹੀ ਹੈ, ਪਰ ਇਹਨਾਂ ਰਾਜਾਂ ਦੇ ਨਾਲ ਪੂਰੇ ਭਾਰਤ ਵਿੱਚ ਜਿਹੜੇ ਵਿਦੇਸ਼ੀ ਸ਼ਕਤੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਸੀ, ਜਿਵੇਂ ਕਿ ਯਵਨ ਆਏ ਸੀ, ਕੁਸ਼ਾਨ ਆਏ ਸੀ, ਠੀਕ ਹੈ, ਉਸ ਤੋਂ ਬਿਨਾਂ ਪਾਰਥੀਅਨਸ ਆਏ ਸੀ, ਸ਼ਕ ਆਏ ਸੀ। ਇਹਨਾਂ ਦੀ ਆਪਾਂ ਇੱਕ ਅਲੱਗ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ, ਪਰ ਇਹ ਜਿਹੜੇ ਇਸਟੈਬਲਿਸ਼ ਹੋਏ ਸੀ ਇਸੇ ਸਮੇਂ ਦੇ ਇਸੇ ਟਾਈਮ ਲਾਈਨ ਦੇ ਆਸ-ਪਾਸ ਇਸਟੈਬਲਿਸ਼ ਹੋਏ ਸੀ। ਹਾਲੇ ਅਸੀਂ ਸਿਰਫ ਤੇ ਸਿਰਫ ਮਗਧ ਵਾਲੀ ਟਾਈਮ ਲਾਈਨ ਨੂੰ ਹੀ ਕਵਰ ਕਰ ਰਹੇ ਹਾਂ। ਕਨਵ ਦੀ ਅੱਗੇ ਜੇ ਸਕ੍ਰਿਪਟ ਦੀ ਗੱਲ ਕਰੀਏ, ਜਿਹੜੀ ਸ਼ੁੰਗ ਵੰਸ਼ ਦੀ ਭਾਸ਼ਾ ਸੀ, ਲਿਪੀ ਸੀ, ਦ ਸਕ੍ਰਿਪਟ ਯੂਜ਼ਡ ਬਾਈ ਸ਼ੁੰਗਾ ਵਾਸ ਦ ਵੇਰੀਐਂਟ ਆਫ ਬ੍ਰਾਹਮੀ। ਇਹ ਬ੍ਰਾਹਮੀ ਦਾ ਹੀ ਇੱਕ ਰੂਪ ਸੀ ਐਂਡ ਵਾਸ ਯੂਜ਼ਡ ਟੂ ਰਾਈਟ ਦ ਸੰਸਕ੍ਰਿਤ ਲੈਂਗੁਏਜ। ਤੇ ਸੰਸਕ੍ਰਿਤ ਲੈਂਗੁਏਜ ਨੂੰ ਲਿਖਣ ਲਈ ਇਹਦਾ ਪ੍ਰਯੋਗ ਕੀਤਾ ਜਾਂਦਾ ਸੀ। ਸਕ੍ਰਿਪਟ ਇਜ਼ ਥੌਟ ਟੂ ਬੀ ਇੰਟਰਮੀਡੀਏਟ ਬਿਟਵੀਨ ਦ ਮੌਰਿਆ ਐਂਡ ਦ ਕਲਿੰਗਾ ਬ੍ਰਾਹਮੀ ਸਕ੍ਰਿਪਟ। ਜਿਹੜੀ ਇਹ ਸਕ੍ਰਿਪਟ ਯੂਜ਼ ਕੀਤੀ ਜਾਂਦੀ ਸੀ ਇਹ ਵਿੱਚ ਵਿਚਾਲੇ ਸੀ ਮੌਰੀਅਨ ਸਕ੍ਰਿਪਟ ਦੇ ਤੇ ਕਲਿੰਗਾ ਦੇ ਵਿੱਚ ਯੂਜ਼ ਕੀਤੀ ਜਾਣ ਵਾਲੀ ਬ੍ਰਹਮੀ ਸਕ੍ਰਿਪਟ। ਕਨਵ ਦੀ ਜੇ ਇੰਟਰੋਡਕਸ਼ਨ ਦੀ ਗੱਲ ਕਰਦੇ ਹਾਂ, ਕਨਵ ਡਾਇਨੈਸਟੀ ਆਲਸੋ ਕਾਲਡ ਕਨਵਿਅਨ the successors of Shungas in the North India Kingdom of Magध who ruled about 72 to 28। देख लो हिसाब ला के किन्ने साल बने, लगभग 44 साल कनव डायनेस्टी ने राज किया मगध के ऊपर शुंगा तो बाद। The Puranic literature shows that the Kanav dynasty ruled from Patliputra। पुराण दे विच इस चीज का जिक्र आउंदा है कि जिहड़ी ये वाली डायनेस्टी सी कनव डायनेस्टी सी इन्हें पाटलिपुत्र तो ही राज किया। कहण दा भाव इन्हां दी जिहड़ी राजधानी सी पाटलिपुत्र सी। मगध इन द ईस्टर्न इंडिया द फॉर्मर कैपिटल ऑफ शुंगा एम्पायर। पाटलिपुत्र मगध दी राजधानी सी, कित्थे सी? शुंग एम्पायर दे विच, ईस्टर्न इंडिया दे विच, ठीक है। तो बार-बार पढ़न दी लोड़ नहीं, सानू पता लगदा है मगध अजकल दे बिहार दे विच है ते इह भारत दे पूर्वी इलाके नूं थोड़ा जिहा उहदे विच फॉल करदा है। Their coins are primarily found in the and around the region of Vidisha in the central India, the capital of Shunga's ruler later। हाँ जी, उन्हां दे जिहड़े सिक्के ने पाटलिपुत्र दे नाल-नाल विदिशा दे विच भी पाए जांदे ने, जिहड़ी कि केंद्र इंडिया दे विच उन्हां दी बाद दे विच राजधानी बनी। कुल मिला के जिहड़ी पहली राजधानी सी कण्व वंश दी पाटलिपुत्र ते दूजी जिहड़ी बनी सी ओह विदिशा। हिस्टरी की गल करते हैं, आपने पहला ही पढ़िया कि 73 BCE के लगभग जिहड़ी कनव डायनेस्टी इस्टैबलिश की गई सी वासुदेव कनव द्वारा। वासुदेव की सी? वो शुंग एम्पायर देवभूति का की सी? मिनिस्टर सी, जिन्हें अपने फॉर्मर राजे
ਜਿਹੜਾ ਦੇਵਪੁਤੀ ਨੂੰ ਅਸੈਸੀਨੇਟ ਕਰਤਾ, ਕਤਲ ਕਰਤਾ ਤੇ ਜਿਹੜਾ ਤਖਤਾ ਪਲਟ ਕਰਤਾ, ਉਹਦੀ ਗੱਦੀ ਹੈ ਜਿਹੜੀ ਖੋਹ ਲਈ। ਵਸੂਦੇਵ ਵਾਸ ਸਕਸੀਡਡ ਬਾਈ ਹਿਸ ਸਨ ਭੂਮੀਮਿੱਤਰ। ਵਸੂਦੇਵ ਤੋਂ ਬਾਅਦ ਫਿਰ ਉਹਦਾ ਪੁੱਤਰ ਭੂਮੀਮਿੱਤਰ ਗੱਦੀ ਤੇ ਬੈਠਿਆ। ਭੂਮੀਮਿੱਤਰ ਰੂਲਡ ਫॉर 14 ਈਅਰਸ। ਇਹਨੇ ਸਿਰਫ 14 ਸਾਲ ਰਾਜ ਕੀਤਾ ਤੇ ਫਿਰ ਉਸ ਤੋਂ ਬਾਅਦ ਇਹਦਾ ਪੁੱਤਰ ਨਾਰਾਇਣਾ, ਉਸ ਤੋਂ ਬਾਅਦ ਸੁਸ਼ਰਮਨ ਜਿਹੜਾ ਕਿ ਲਾਸਟ ਕਿੰਗ ਹੋਇਆ ਸੀ ਕਣਵ ਡਾਇਨੈਸਟੀ ਦਾ, ਉਹ ਗੱਦੀ ਤੇ ਬੈਠੇ। ਇੱਕ ਛੋਟਾ ਜਿਹਾ ਪ੍ਰयास ਕੀਤਾ ਐਡ ਕਰਕੇ ਵੀ ਤੁਹਾਨੂੰ ਯਾਦ ਰਵੇ। ਕਣਵ ਵੰਸ਼ ਦਾ ਸੰਸਥਾਪਕ ਵਾਸੁਦੇਵ ਕਣਵ, ਜਿਹਨੇ ਲਗਭਗ 44 ਸਾਲ ਰਾਜ ਕੀਤਾ। ਉਸ ਤੋਂ ਬਾਅਦ ਉਹਦਾ ਪੁੱਤਰ ਭੂਮੀਮਿੱਤਰ, ਜਿਹਨੇ 14 ਸਾਲ ਰਾਜ ਕੀਤਾ। ਫਿਰ ਉਹਦਾ ਪੁੱਤਰ ਨਾਰਾਇਣਾ, ਜਿਹਨੇ ਕਿ 12 ਸਾਲ ਰਾਜ ਕੀਤਾ। ਇਹਦਾ ਪੁੱਤਰ ਸੁਸ਼ਰਮਾ, ਜਿਹਨੇ ਕਿ ਸਿਰਫ 10 ਸਾਲ ਰਾਜ ਕੀਤਾ। ਪੁਰਾਣ ਦੇ ਅਕੋਰਡਿੰਗ ਟੂ ਪੁਰਾਣ, the last king of Kanauj dynasty was killed by Balipucha, who founded the Andhra dynasty. ਆਂਧਰਾ ਡਾਇਨੈਸਟੀ ਦਾ ਦੂਸਰਾ ਨਾਮ ਹੈਗਾ ਸਤਵਾਹਨ। ਕਹਿੰਦੇ ਪੁਰਾਣਾ ਦੇ ਅਕੋਰਡਿੰਗ ਜਿਹੜਾ ਕਨੌਜ ਡਾਇਨੈਸਟੀ ਦੀ ਜਿਹੜੀ ਹੱਤਿਆ ਕੀਤੀ ਗਈ ਸੀ ਰਾਜੇ ਲਾਸਟ ਰਾਜੇ ਦੀ, ਉਹ ਬਾਲੀਪੁੱਚਾ ਜਿਹੜੀ ਉਹਨੇ ਕੀਤੀ ਸੀ, ਬਲੀਪੁੱਚਾ ਦੁਆਰਾ ਮਾਰਿਆ ਗਿਆ। ਬਲੀਪੁੱਚਾ ਇੱਕ ਕਬੀਲਾ ਹੈ, ਠੀਕ ਹੈ, ਤੇ ਨਹੀਂ ਬਲੀਪੁੱਚਾ ਕਬੀਲਾ ਨਹੀਂ ਹੈ ਇੱਥੇ। ਜਿਹੜੀ ਆਂਧਰਾ ਕਬੀਲਾ ਦੀ ਗੱਲ ਕਰਾਂਗੇ ਅਸੀਂ ਸਤਵਾਹਨ ਦੇ ਅੰਦਰ ਜਾ ਕੇ, ਬਲੀਪੁੱਚਾ ਨਾਂ ਦੇ ਵਿਅਕਤੀ ਨੇ ਮਾਰਿਆ, ਜਿਹਨੇ ਅੱਗੇ ਆਂਧਰਾ ਡਾਇਨੈਸਟੀ ਦੀ ਨੀਂਹ ਰੱਖੀ। ਉਸ ਤੋਂ ਬਾਅਦ ਜਾ ਕੇ ਆਂਧਰਾ ਡਾਇਨੈਸਟੀ ਹੈ ਜਿਹੜੀ ਸਤਵਾਹਨ ਦੇ ਵਿੱਚ ਕਨਵਰਟ ਹੋਊਗੀ, ਕਿਉਂਕਿ ਸਤਵਾਹਨ ਦੀ ਜਿਹੜੀ ਸਥਾਪਨਾ ਹੈ ਉਹ ਕਿਸੇ ਹੋਰ ਰਾਜੇ ਨੇ ਕੀਤੀ ਹੈ। ਆਪਾਂ ਜਦੋਂ ਕੱਲ ਨੂੰ ਸਤਵਾਹਨ ਡਾਇਨੈਸਟੀ ਸ਼ਾਇਦ ਅੱਜ ਵਾਲੇ ਟੌਪਿਕ 'ਚ ਆਊਗੀ, ਪਤਾ ਨਹੀਂ ਕੱਲ ਵਾਲੇ 'ਚ, ਉਹਦੇ 'ਚ ਇਸ ਚੀਜ਼ ਨੂੰ ਡਿਸਕਸ ਕਰਦੇ ਹਾਂ। ਫਰਦਰ ਦਾ ਐਕਸਟੈਂਟ ਆਫ ਕਨਵ ਟੈਰੀਟਰੀ ਵਾਸ ਕਨਫਾਈਨਡ ਟੂ ਦਾ ਏਰੀਆ ਆਫ ਸ਼ੁੰਗਰੂ, ਠੀਕ ਹੈ। ਉਸ ਤੋਂ ਬਾਅਦ ਕੀ ਕਹਿੰਦਾ, ਜਿਹੜੀ ਐਕਸਟੈਂਟ ਸੀ ਕਨਵ ਡਾਇਨੈਸਟੀ ਦੀ, ਇਸ ਤੋਂ ਬਾਅਦ ਇਹਦਾ ਪਸਾਰ ਨਹੀਂ ਹੋਇਆ। ਇਹ ਸਿਰਫ ਜਿੱਥੋਂ ਤੱਕ ਸ਼ੁੰਗ ਰਾਜ ਕਰਦੇ ਸੀ ਉੱਥੋਂ ਤੱਕ ਹੀ ਸੀਮਿਤ ਰਹਿ ਗਈ। ਕਨਵ ਕਿੰਗ ਦੀ ਜਿਹੜੀ ਵਿਸ਼ੇਸ਼ਤਾ ਸੀ ਉਹ ਬ੍ਰਾਹਮਣ ਸੀਗੇ। ਦੇ ਵਰ ਡਿਸੈਂਡੈਂਟਸ ਆਫ ਸੇਜ ਸਾਹੂਪੁੱਤੀ। ਉਹ ਜਿਹੜਾ ਸਾਹੂਪੁੱਤੀ ਸੌਬਰੀ ਨਾਮ ਦਾ ਰਾਜਾ ਸੀ, ਉਹਦੇ ਕੀ ਸੀਗੇ, ਉਹਦੀ ਸੰਤਾਨ ਸੀਗੇ। ਦੀ ਡਿਫੀਟ ਆਫ ਦਾ ਕਨਵ ਡਾਇਨੈਸਟੀ ਬਾਈ ਸਤਵਾਹਨ ਡਾਇਨੈਸਟੀ। ਦੇਖੋ ਮੈਂ ਸਹੀ ਕਹਿ ਰਹੀ ਸੀ, ਸਤਵਾਹਨ ਡਾਇਨੈਸਟੀ ਤੇ ਆਂਧਰਾ ਡਾਇਨੈਸਟੀ ਇੱਕੋ ਹੀ ਗੱਲ ਹੈ। ਥੋੜਾ ਜਿਹਾ ਮੇਰੇ ਮਨ 'ਚ ਕਿਤੇ ਨਾ ਕਿਤੇ ਡਾਊਟ ਸੀ ਵੀ ਗਲਤ ਨਾ ਪੜਾਣਾ। ਤਾਂ ਜਿਹੜਾ ਕਨਵਸ ਦਾ ਅੰਤ ਹੈ ਉਹ ਸਤਵਾਹਨ ਨੇ ਕੀਤਾ। ਪਰ ਇੱਕ ਚੀਜ਼ ਦੇਖਣੀ ਹੈ ਕਿ ਸਤਵਾਹਨ ਨੇ ਜਿਹੜੇ ਉਹ ਮੇਨਲੀ ਮਗਧ ਦੇ ਵਿੱਚ ਇਸਟੈਬਲਿਸ਼ ਨਹੀਂ ਹੋਏ ਸੀ। ਸਤਵਾਹਨ ਜਿਹੜਾ ਡੈਕਨ ਦਾ ਏਰੀਆ, ਦੱਖਣੀ ਭਾਰਤ ਦਾ ਏਰੀਆ, ਗੋਦਾਵਰੀ ਨਦੀ ਦੇ ਪਾਰ ਦਾ ਏਰੀਆ, ਉੱਥੇ ਰਾਜ ਕਰਦੇ ਹੁੰਦੇ ਸੀ। ਤਾਂ ਉਹਨਾਂ ਨੇ ਕੀ ਕੀਤਾ ਹੋਊਗਾ, ਤੇ ਜਿਹੜਾ ਪਸਾਰ ਕਰਦੇ ਉਹ ਉੱਤਰ ਭਾਰਤ ਦੇ ਵੱਲ ਨੂੰ ਵਧੇ ਹੋਣਗੇ। Thus, after a short, the defeat of Kanva dynasty by Satavahan dynasty by a localized event in the central India. ਇਹ ਇੱਕ ਸਥਾਨਕ ਘਟਨਾ ਸੀਗੀ ਕੇਂਦਰੀ ਭਾਰਤ ਦੇ ਵਿੱਚ। ਕਿਹੜੀ ਸਥਾਨਕ ਘਟਨਾ ਸੀ, ਜਦੋਂ ਸਤਵਾਹਨ ਡਾਇਨੈਸਟੀ ਨੇ ਕਨਵ ਡਾਇਨੈਸਟੀ ਨੂੰ ਹਰਾਇਆ ਸੀ। Thus, after a short reign of about 45 years of Kanva dynasty, ਛੋਟੇ ਜਿਹੇ 45 ਸਾਲ ਦੇ ਰਾਜ ਤੋਂ ਬਾਅਦ ਜਿਹੜੀ ਕਨਵ ਡਾਇਨੈਸਟੀ ਸੀ ਭਾਰਤ ਦੀ ਰਾਜਨੀਤੀ ਚੋਂ ਡਿਸਅਪੀਅਰ ਹੋ ਗਈ, ਠੀਕ ਹੈ, ਲੁਪਤ ਹੋ ਗਈ। And with them vanished the name and fame of Magਧ Empire. ਤੇ ਇਹਨਾਂ ਦੇ ਲੁਪਤ ਹੋਣ ਦੇ ਨਾਲ ਹੀ ਮਗਧ ਦਾ ਜਿਹੜਾ ਸ਼ਾਸਨ ਹੈ ਉਹ ਵੀ ਤਹਿਸ ਨਹਿਸ ਹੋ ਗਿਆ, ਕਿਉਂਕਿ ਇੱਥੇ ਫਿਰ ਹੋਰ ਸ਼ਕਤੀ ਜਿਹੜੀ ਮਤਲਬ ਜਿਹਦਾ ਕੇਂਦਰ ਬਿੰਦੂ ਮਗਧ ਨਹੀਂ ਹੈਗਾ, ਉਹ ਸ਼ਕਤੀ ਇੱਥੇ ਰਾਜ ਕਰੂਗੀ। ਤਾਂ ਅੱਗੇ ਚੱਲਦੇ ਹਾਂ ਜੀ ਸਤਵਾਹਨ ਡਾਇਨੈਸਟੀ ਵੱਲ। ਸਤਵਾਹਨ ਡਾਇਨੈਸਟੀ was an Indian family that according to some interpretation based on the Purans belong to the Andhra Jati, a tribe. ਤਾਂ ਹੀ ਮੈਂ ਤੁਹਾਨੂੰ ਟ੍ਰਾਈਬ ਦੀ ਗੱਲ ਕਰ ਰਹੀ ਸੀ, ਕਬੀਲੇ ਦੀ, ਕਿਉਂਕਿ ਆਂਧਰਾ ਜਾਤੀ ਦਾ ਜਿਹੜਾ ਨਾਮ ਹੈ ਉਹ ਇੱਕ ਕਬੀਲੇ ਤੋਂ ਲਿਆ ਗਿਆ, ਠੀਕ ਹੈ। ਐਂਡ ਵਾਸ ਦਾ ਫਸਟ Deccanese dynasty to build up an empire in Dakshinapथ, the southern region. ਸਤਵਾਹਨ ਡਾਇਨੈਸਟੀ ਕਹਿੰਦੇ ਪੁਰਾਣ ਦੇ ਅਕੋਰਡਿੰਗ ਇੱਕ ਕਬੀਲਾ ਸੀ ਆਂਧਰਾ ਜਾਤੀ, ਉਹਨਾਂ ਨਾਲ ਸੰਬੰਧਿਤ ਸੀ। ਤੇ ਇਹਦਾ ਜਿਹੜਾ ਪਹਿਲੀ ਦੱਖਣੀ ਡਾਇਨੈਸਟੀ ਸੀ ਜਿਹਨੇ ਬਹੁਤ ਵੱਡੇ ਸ਼ਾਸਨ ਦੀ ਸਥਾਪਨਾ ਕੀਤੀ ਸੀ ਦੱਖਣੀ ਭਾਰਤ ਦੇ ਵਿੱਚ, ਜਿਹਨੂੰ ਅਸੀਂ ਦਕਸ਼ਿਨਾਪਥ ਕਿਹਾ ਜਾਂਦਾ। ਐਟ ਦਾ ਹਾਈਟ ਆਫ ਦਾ ਪਾਰ, ਜੇ ਸ਼ਕਤੀਆਂ ਦੇ ਸਿਖਰ ਤੇ, ਦੀ ਸਾਤਵਾਹਨਸ ਹੈਲਡ ਡਿਸਟੈਂਟ ਏਰੀਆਜ਼ ਆਫ ਵੈਸਟਰਨ ਐਂਡ ਸੈਂਟਰਲ ਇੰਡੀਆ। ਜਿਹੜੇ ਸਾਤਵਾਹਨ ਸੀ ਉਹਨਾਂ ਨੇ ਦੂਰ ਦੂਰ ਪੱਛਮ ਤੇ ਕੇਂਦਰੀ ਇੰਡੀਆ ਦੇ ਵਿੱਚ ਰਾਜ ਕੀਤਾ, ਸ਼ਕਤੀ ਦਾ ਪ੍ਰਸਾਰ ਕੀਤਾ। ਔਨ ਦੀ ਸਟਰੈਂਥ ਆਫ ਪੁਰਾਣਿਕ ਐਵੀਡੈਂਸ, the beginning of Satavahana ascendry can be dated to late in the 1st century BCE. ਪੁਰਾਣਿਕ ਦੇ ਪ੍ਰਮਾਣਾਂ ਦੇ ਆਧਾਰ ਤੇ ਸਤਵਾਹਨ ਦੀ ਚੜ੍ਹਾਈ ਦੀ ਸ਼ੁਰੂਆਤ ਪਹਿਲੀ ਸਦੀ ਈਸਾ ਪੂਰਵ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ। ਮਤਲਬ ਪਹਿਲੀ ਸਦੀ ਈਸਾ ਪੂਰਵ ਦੇ ਅੰਤ ਤੱਕ
ਇਹ ਸ਼ੁਰੂਆਤ ਦੇ ਵਿੱਚ ਅੰਤ ਤੱਕ ਇਹ ਜਿਹੜੀ ਸਾਤਵਾਹਨ ਡਾਇਨੈਸਟੀ ਸੀ ਇਹਨੇ ਆਪਣਾ ਬਹੁਤ ਜ਼ਿਆਦਾ ਪਸਾਰ ਕਰ ਲਿਆ ਸੀ ਤੇ ਸ਼ਕਤੀ ਪ੍ਰਦਰਸ਼ਨ ਕਰਦਾ ਸੀ। Satavahans emerged out of ruins of Mauryan Empire। ਜੇ ਸਤਵਾਹਨਾਂ ਦੀ ਗੱਲ ਕਰੀਏ ਤਾਂ ਇਹ ਕੋਈ ਐਵੇਂ ਨਹੀਂ ਸੀ ਜਿਵੇਂ ਸਤਵਾਹਨ ਤੋਂ ਬਾਅਦ ਆਪਾਂ ਸ਼ੁੰਗ ਪੜ੍ਹੇ, ਸ਼ੁੰਗ ਤੋਂ ਬਾਅਦ ਕਣਵ ਪੜ੍ਹੇ, ਉਹਦਾ ਤਖਤਾ ਪਲਟਾ ਕਰਕੇ ਆਏ ਸੀ। ਪਰ ਸਤਵਾਹਨ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਮੌਰੀਅਨ ਅੰਪਾਇਰ ਚੋਂ ਕਿਤੋਂ ਕਿਤੋਂ ਨਿਕਲ ਕੇ ਆਉਂਦੀਆਂ। that declined and disintegrated by first half of second century BCE, ਜਿਹੜੀ ਕਿ ਦੂਜੀ ਸਦੀ ਈਸਾ ਪੂਰਵ ਦੇ ਲਗਭਗ ਜਿਹੜੀ ਡਿਕਲਾਈਨ ਕਰ ਦਿੱਤੀ ਗਈ ਸੀ, ਠੀਕ ਹੈ, ਹੋਰ ਸ਼ਕਤੀਆਂ ਦੁਆਰਾ। The Andhra country and the Deccan at large had been under the sway of Mauryans। ਕਾਰਨ ਕੀ ਹੈ, ਕਿਉਂ ਅਸੀਂ ਕਹਿੰਦੇ ਹਾਂ ਕਿ ਇਹਦੀਆਂ ਜੜ੍ਹਾਂ ਮੌਰੀਆ ਅੰਪਾਇਰ ਚੋਂ ਉੱਭਰ ਕੇ ਆਈਆਂ ਸੀ? ਕਿਉਂਕਿ ਆਂਧਰਾ ਕੰਟਰੀ ਤੇ ਡੈਕਨ ਦੇ ਬਹੁਤ ਵੱਡੇ ਹਿੱਸੇ ਦੇ ਉੱਪਰ ਮੌਰੀਆ ਰਾਜ ਕਰਦੇ ਹੁੰਦੇ ਸੀ। ਐਂਡ the baton was passed on to the Satavahan। ਤੇ ਇਹ ਦੱਖਣੀ ਇਲਾਕੇ ਤੇ ਮੌਰੀਆ ਤੋਂ ਬਾਅਦ ਸਿੱਧਾ ਜਿਹੜਾ ਵੰਸ਼ ਇਸਟੈਬਲਿਸ਼ ਹੋਇਆ ਉਹ ਸਤਵਾਹਨਾਂ ਦਾ ਹੋਇਆ। ਐਂਡ ਛੇਦੀ ਰੂਲਰਸ ਆਫ ਉੜੀਸਾ, ਤੇ ਮਤਲਬ ਉਸ ਤੋਂ ਬਾਅਦ ਸਤਵਾਹਨ ਤੇ ਛੇਦੀ ਰੂਲਰਸ ਦੋ ਰਾਜਿਆਂ ਨੇ ਇਹਨਾਂ ਦੇ ਉੱਪਰ ਰਾਜ ਕੀਤਾ। ਪੁਰਾਣਿਕ ਲਿਸਟਸ that the first king Simukh began to reign about 230 BCE। ਪੁਰਾਣਿਆਂ ਦੇ ਅਕੋਰਡਿੰਗ ਜਿਹੜਾ ਪਹਿਲਾ ਰਾਜਾ ਸੀ ਸਤਵਾਹਨ ਰਾਜਾ ਉਹ ਸਿਮੁਖ ਸੀ, ਜਿਹਨੇ 230 BC ਦੇ ਅਕੋਰਡਿੰਗ ਰਾਜ ਕਰਨਾ ਸ਼ੁਰੂ ਕੀਤਾ ਸੀ। ਯਾਨੀ ਕਿ ਛੋਟੇ ਫਾਰਮ ਦੇ ਵਿੱਚ ਤਾਂ ਇਹ ਜਿਹੜੇ ਪਹਿਲਾਂ ਹੀ ਮਤਲਬ ਦੱਖਣ ਦੇ ਵਿੱਚ ਇਹਨਾਂ ਨੇ ਐਸਟੈਬਲਿਸ਼ ਹੋਣ ਦੀ ਕੋਸ਼ਿਸ਼ ਕੀਤੀ, ਪਰ ਜਿਹੜਾ ਮੇਨ ਰਾਜਾ ਸੀ ਪਹਿਲਾ ਜਿਹੜਾ ਪ੍ਰੋਪਰ ਰਾਜਵੰਸ਼ ਨੂੰ ਚਲਾਊਗਾ ਉਹ ਸਿਮੁਖ ਸੀ, ਜਿਹਨੇ 230 BCE ਦੇ ਲਗਭਗ ਰਾਜ ਕਰਨਾ ਸ਼ੁਰੂ ਕੀਤਾ ਸੀ। ਕਿਉਂਕਿ ਦੇਖੋ 185 BCE ਦੇ ਲਗਭਗ ਆਪਾਂ ਕਹਿੰਦੇ ਆ ਕਿ ਮੌਰੀਆ ਵੰਸ਼ ਦਾ ਅੰਤ ਜਿਹੜਾ ਹੋਇਆ ਸੀ, ਪਰ ਉਸ ਤੋਂ ਪਹਿਲਾਂ ਹੀ 230 BCE ਪਹਿਲਾਂ ਹੋਊਗਾ 185 ਤੋਂ, ਕਿਉਂਕਿ ਇੱਥੇ ਬਿਫੋਰ ਕ੍ਰਾਈਸਟ ਈਰਾ ਚੱਲ ਰਹੀ ਹੈ। ਸਿਮੁਖ ਨੇ ਉਦੋਂ ਹੀ ਜੜ੍ਹਾਂ ਆਪਣੀਆਂ ਜਮਾ ਲੀਆਂ ਸੀ, ਉਦੋਂ ਹੀ ਮੌਰੀਆ ਵੰਸ਼ ਤੋਂ ਹੀ ਨਿਕਲ ਗਈ ਸੀ ਇੱਕ ਜਾਤੀ ਇਹ ਆਂਧਰਾਸ ਦੀ। ਸਿਮੁਖ ਇਹਨਾਂ ਦਾ ਪਹਿਲਾ ਰਾਜਾ ਸੀ। The history of any empire is often characterized by conflicts with contemporary forces, and in case of Satvahans, this Sakkaj proved to be the constant threat। ਕਹਿੰਦਾ ਜਿਵੇਂ ਕਿ ਅਸੀਂ ਹਰੇਕ ਰਾਜਵੰਸ਼ ਦੀ ਹਿਸਟਰੀ 'ਚ ਪੜ੍ਹਦੇ ਹਾਂ ਕਿ ਉਹਨਾਂ ਦਾ ਸਮਕਾਲੀ ਜਿਹੜੀਆਂ ਸ਼ਕਤੀਆਂ ਸੀ ਉਹਨਾਂ ਦੇ ਨਾਲ ਟਕਰਾਵ ਚੱਲਦਾ ਰਹਿੰਦਾ ਸੀ। ਇਸੇ ਪ੍ਰਕਾਰ ਜੇ ਸਤਵਾਹਨਾਂ ਦੀ ਗੱਲ ਕਰੀਏ ਤਾਂ ਜਿਹੜੇ ਸੱਕ ਰਾਜੇ ਸੀ, ਸੱਕ ਜਾਤੀ ਸੀ, ਉਹ ਇਹਨਾਂ ਲਈ ਲਗਾਤਾਰ ਖਤਰਾ ਬਣੇ ਰਹੇ। The expansion of the Sakk Empire at the expense of the Satvahans probably occurred in the period of 740 to 80 AD। ਤਾਂ ਫਿਰ ਜਿਹੜੀ ਸੱਕਾਂ ਨੇ ਆਪਣਾ ਪਸਾਰ ਕੀਤਾ ਸਤਵਾਹਨਸ ਨੂੰ ਖਤਮ ਕਰਕੇ 40 ਤੋਂ 80 AD ਦੇ ਲਗਭਗ। ਪਰ ਬਾਅਦ ਦੇ ਵਿੱਚ ਇੱਕ ਵਾਰੀ ਦੇਖੋ ਸਤਵਾਹਨ ਖਤਮ ਹੋ ਗਏ, ਫਿਰ ਉੱਭਰ ਕੇ ਸਾਹਮਣੇ ਆਉਣਗੇ, ਰਿਵਾਈਵ ਕਰਨਗੇ। ਸਭ ਤੋਂ ਪਹਿਲੀ ਸਥਾਪਨਾ ਤਾਂ ਮੌਰੀਆ ਕਾਲ ਦੇ ਸਮੇਂ ਦੇ ਦੌਰਾਨ ਹੀ ਰੱਖ ਲਈ 230 BC। ਉਸ ਤੋਂ ਬਾਅਦ ਇੱਕ ਵਾਰੀ ਇਹਦਾ ਖਾਤਮਾ ਹੋ ਗਿਆ 40 ਤੋਂ 80 AD। ਫਿਰ ਦੇਖੋ ਕੀ ਹੁੰਦਾ ਹੈ। However later Gautamiputra Satkarni is often credited with reviving the fortunes of Satvahans after ascending to the throne in 106 AD। 106 ਈਸਵੀ ਦੇ ਵਿੱਚ, ਹੁਣ ਈਸਾ ਪੂਰਵ ਨਿਕਲ ਰਿਹਾ ਮੂੰਹ ਚੋਂ, AD ਜਾਨੀ ਕਿ ਐਨੋ ਡੋਮਿਨੀ, CE ਵੀ ਕਹਿੰਦੇ ਨੇ, ਇਹਨੂੰ ਕਾਮਨ ਐਰਾ ਵੀ ਬੋਲ ਦਿੰਦੇ ਆ, ਠੀਕ ਹੈ। ਤਾਂ ਸਤਵਾਹਨ ਨੇ ਦੇ ਵਿੱਚ ਜਿਹੜਾ ਗੌਤਮੀਪੁੱਤਰ ਸਤਕਰਨੀ ਸੀ ਉਹਨੇ ਇਸ ਨੂੰ ਮੁੜ ਜਿਹੜਾ ਸੁਰਜੀਤ ਕੀਤਾ, ਮੁੜ ਜਿੰਦਾ ਕੀਤਾ ਸਤਵਾਹਨ ਡਾਇਨੈਸਟੀ ਨੂੰ। ਹੀ ਇਜ਼ ਡਿਸਕ੍ਰਾਈਬਡ ਐਜ਼ ਦਾ ਡਿਸਟਰੋਇਰ ਆਫ ਸੱਕਾਸ, ਪੱਲਵਸ ਐਂਡ ਯਵਨ। ਜਿਹੜੀਆਂ ਅਸੀਂ ਕੱਲ ਨੂੰ ਕਰਾਂਗੇ ਤਿੰਨ ਸ਼ਕਤੀਆਂ, ਵਿਦੇਸ਼ੀ ਸ਼ਕਤੀਆਂ, ਯਵਨ, ਪੱਲਵ, ਸ਼ਕ ਤੇ ਇੱਕ ਹੋਰ ਕੁਸ਼ਾਨ ਨੇ। ਤਾਂ ਇਹ ਤਿੰਨ ਜਾਤੀਆਂ ਦਾ ਇਹਨੇ ਖਾਤਮਾ ਕਰਕੇ ਆਪਣਾ ਜਿਹੜਾ ਸਤਵਾਹਨ ਨੂੰ ਮੁੜ ਸੁਰਜੀਤ ਕੀਤਾ ਸੀ। ਨਾਸ਼ਰਿਕ inscription of Gautami Balasari suggests that the Satkarni rule extended from the Malwa and Saurashtra in the north to the Krishna in the south, from Virar in the east to the Konkan in the west। ਕੁੱਲ ਮਿਲਾ ਕੇ ਜਿਹੜਾ ਗੌਤਮੀਪੁੱਤਰ ਸਤਕਰਨੀ ਦੇ ਸਮੇਂ ਦਾ, ਠੀਕ ਹੈ, ਜਿਹੜਾ ਇਹ ਮਤਲਬ ਗੌਤਮੀ ਬਾਲਸਰੀ ਨੇ ਲਿਖਵਾਇਆ ਹੋਇਆ ਨਾਸਿਕ ਇਨਸਕ੍ਰਿਪਸ਼ਨ, ਨਾਸਿਕ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਸ਼ਿਲਾਲੇਖ, ਉਸ ਤੋਂ ਸਾਨੂੰ ਸਤਵਾਹਨਾਂ ਦੇ ਜਿਹੜੇ ਰਾਜਵੰਸ਼ ਦੀ ਹੱਦਬੰਦੀ ਦਾ ਪਤਾ ਲੱਗਦਾ ਵੀ ਕਿੱਥੋਂ ਕਿੱਥੋਂ ਤੱਕ ਐਕਸਟੈਂਡਡ ਸੀ ਗੌਤਮੀਪੁੱਤਰ ਸਤਕਰਨੀ ਵੇਲੇ। ਇਹ ਕੀ ਕਹਿੰਦਾ ਕਿ ਜਿਹੜਾ ਸਤਕਰਨੀਆਂ ਦਾ ਰੂਲ ਸੀਗਾ, ਠੀਕ ਹੈ, ਸਤਕਰਨੀ ਦੇ ਰੂਲ ਦੇ ਵਿੱਚ ਇਹ ਮਾਲਵਾ ਤੇ ਸੌਰਾਸ਼ਟਰ ਤੱਕ ਉੱਤਰ ਦੇ ਵਿੱਚ, ਦੱਖਣ ਦੇ ਵਿੱਚ ਕ੍ਰਿਸ਼ਨਾ ਤੱਕ, ਈਸਟ ਦੇ ਵਿੱਚ ਬਿਰਾਰ ਤੋਂ ਕੋਂਕਣ ਤੱਕ, ਵੈਸਟ ਤੱਕ ਫੈਲਿਆ ਹੋਇਆ ਸੀ। ਕੋਂਕਣ ਸਮਝ ਗਏ, ਗੁਜਰਾਤ ਦੇ ਵਿੱਚ ਹੈ ਸ਼ਾਇਦ ਕੋਂਕਣ ਰੇਲਵੇ ਲਾਈਨ, ਆਪਾਂ ਪੜ੍ਹਦੇ ਹੁੰਦੇ ਹਾਂ, ਇੱਕ ਪੋਰਟ ਹੈ, ਪਤਾ ਨਹੀਂ ਰੇਲਵੇ ਲਾਈਨ ਹੈ, Konkan port है। Further, Gautamiputra passed on the throne to his son
ਵਸ਼ਿਸ਼ਟੀ ਪੁੱਤਰ ਪੁਲਮਵੀ। ਤਾਂ ਉਸ ਤੋਂ ਬਾਅਦ ਉਹਨੇ ਜਿਹੜਾ ਰਾਜ ਸੀ ਉਹ ਕਿਹਨੂੰ ਦਿੱਤਾ, ਆਪਣੇ ਪੁੱਤਰ ਵਸ਼ਿਸ਼ਟੀ ਪੁੱਤਰ ਪੁਲਮਾਵੀ ਨੂੰ ਸੌਂਪਤਾ, ਜਿਹਨੇ ਕਿ 130 ਏਡੀ ਤੋਂ ਲੈ ਕੇ 159 ਏਡੀ ਤੱਕ ਰਾਜ ਕੀਤਾ ਸੀ। ਉਸ ਤੋਂ ਬਾਅਦ ਹੀ ਵਾਸ ਫੋਲੋਡ ਬਾਈ ਜਜਨ ਸ਼੍ਰੀ ਸਤਕਰਨੀ। ਜਜਨ ਸ਼੍ਰੀ ਸਤਕਰਨੀ ਇਹਦਾ ਪੁੱਤਰ, who was the last significant ਸਤਵਾਹਨ ਰੂਲਰ, ਇਹਦਾ ਪੁੱਤਰ ਨਹੀਂ ਹੈ, ਇਹਦੇ ਵਿੱਚ ਸਿਰਫ ਇਹਨਾਂ ਲਿਖਿਆ ਕਿ ਇਸ ਤੋਂ ਬਾਅਦ ਜਿਹੜਾ ਸਿਗਨੀਫਿਕੈਂਟ ਦਾ ਮਹੱਤਵਪੂਰਨ ਰਾਜਾ ਬਣਿਆ ਸੀ, ਕਿਉਂਕਿ ਟਾਈਮਲਾਈਨ ਤੋਂ ਪਤਾ ਲੱਗਦਾ ਕਿ ਇਹਦਾ ਪੁੱਤਰ ਨਹੀਂ ਹੈ। ਇੱਥੇ 130 ਤੋਂ 159 ਹੈ, ਯਾਨੀ ਕਿ ਇਹਨਾਂ ਦੇ ਵਿਚਾਲੇ ਵੀ ਕੋਈ ਰਾਜਾ ਹੋਊਗਾ। ਫਿਰ 170 ਤੋਂ 199 ਈ ਤੱਕ CE ਤੱਕ ਕਾਮਨ ਐਰਾ ਏਡੀ ਇੱਕੋ ਹੀ ਗੱਲ ਹੈ, ਇਹਨਾਂ ਨੇ ਰਾਜ ਕੀਤਾ ਹੈ, ਜਿਹੜਾ ਕਿ ਲਾਸਟ ਰਾਜਾ ਸੀ, ਲਾਸਟ ਸਿਗਨੀਫਿਕੈਂਟ ਰਾਜਾ ਸੀ। ਆਫਟਰ ਹਿਸ ਰੀਜ਼ਨ, ਉਹਦੇ ਰਾਜ ਤੋਂ ਬਾਅਦ ਦਾ ਇੰਪਾਇਰ ਗ੍ਰੈਜੂਅਲੀ ਡਿਕਲਾਈਨ, ਜਿਹੜਾ ਸ਼ਾਸਨ ਸੀ ਸਾਮਰਾਜ ਸੀ ਉਹਦਾ ਹੌਲੀ ਹੌਲੀ ਅੰਤ ਹੋਣਾ ਸ਼ੁਰੂ ਹੋ ਗਿਆ, ਪਤਨ ਹੋਣਾ ਸ਼ੁਰੂ ਹੋ ਗਿਆ। ਠੀਕ ਹੈ, ਨਾ ਸਮਝੇ ਜਾਣ ਵਾਲੇ ਕਾਰਨਾਂ ਕਰਕੇ, ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਵੀ ਕੀ ਕਾਰਨ ਹੋਏ। However, it can be surmised that succeeding monarchs were not able to maintain their control over feudatories who in turn may have gained in strength। ਜਦ ਤਾਂ ਸਤਵਾਹਨਾਂ ਦੇ ਅੰਤ ਦਾ ਕਾਰਨ ਇਹ ਹੋ ਸਕਦਾ ਹੈ ਕਿ ਜਿਹੜੇ ਬਾਅਦ ਦੇ ਵਿੱਚ ਰਾਜੇ ਆਏ ਉਹ ਆਪਣਾ ਕੰਟਰੋਲ ਇਸਟੈਬਲਿਸ਼ ਕਰਨ ਦੇ ਯੋਗ ਨਹੀਂ ਸੀਗੇ। ਠੀਕ ਹੈ, ਸ਼ਕਤੀ ਗੇਨ ਨਹੀਂ ਕਰ ਸਕੇ। All in all, the illustrious Satavahan Empire came to an end around the mid-3rd BCE। ਕਹਿੰਦਾ ਕੁੱਲ ਮਿਲਾ ਕੇ ਪ੍ਰਸਿੱਧ ਸਾਤਵਾਹਨ ਸਾਮਰਾਜ 3ਵੀਂ ਸਦੀ ਈਸਾ ਪੂਰਵ ਦੇ ਅੱਧ ਦੇ ਆਸ-ਪਾਸ ਖਤਮ ਹੋ ਗਿਆ ਸੀ। Satavahans were followed by Abhiras in Maharashtra, Kadams in Mysore, Vakatakas in Deccan, and Bharatapalans in Andhra Pradesh. Later, the Vishnu Kundanis and Chalukyas emerged and became dominant in the region, and then earlier be in the possession of Satavahan। ਹਾਂਜੀ, ਕਹਿੰਦੇ ਸਤਵਾਹਨ ਡਾਇਨੈਸਟੀ ਤੋਂ ਬਾਅਦ ਅਲੱਗ-ਅਲੱਗ ਖੇਤਰਾਂ ਦੇ ਵਿੱਚ ਅਲੱਗ-ਅਲੱਗ ਰਾਜਿਆਂ ਦਾ ਰਾਜ ਹੋ ਗਿਆ, ਜਿਵੇਂ ਅਬੀਰਾ ਜਾਤੀ ਮਹਾਰਾਸ਼ਟਰ ਦੇ ਵਿੱਚ, ਕਦੰਬ ਜਾਤੀ ਜਿਹੜੀ ਮੈਸੂਰ ਦੇ ਵਿੱਚ, ਦੱਖਣ ਦੇ ਵਿੱਚ ਵਕਾਟਕਾ ਕਬੀਲਾ, ਤੇ ਜਿਹੜਾ ਆਪਣੇ ਬ੍ਰਤਪਲਾਇਨ ਦਾ ਆਂਧਰਾ ਪ੍ਰਦੇਸ਼ ਦੇ ਵਿੱਚ ਰਾਜ ਸਥਾਪਿਤ ਹੋ ਗਿਆ। ਵਿਸ਼ਨੂੰ ਕੁੰਦਿਸ ਤੇ ਚਾਲੁਕਿਆਸ ਉੱਭਰ ਕੇ ਸਾਹਮਣੇ ਆਏ ਸੀ ਇਸ ਖੇਤਰ ਦੇ ਵਿੱਚ ਸ਼ਕਤੀਸ਼ਾਲੀ ਰਾਜਿਆਂ ਦੇ ਤੌਰ ਤੇ, ਕਿਉਂਕਿ ਦੱਖਣ 'ਚ ਆਪਾਂ ਦੇਖਾਂਗੇ ਚਾਲੁਕਿਆ ਵੰਸ਼ ਸਟੈਬਲਿਸ਼ ਹੋਇਆ ਸੀ ਸਤਵਾਹਨਾਂ ਤੋਂ ਬਾਅਦ, ਜਿਹੜਾ ਕਿ ਸ਼ਕਤੀਸ਼ਾਲੀ ਰਾਜਵੰਸ਼ ਦੇ ਤੌਰ ਤੇ ਸਮਝਿਆ ਜਾਂਦਾ ਹੈ। ਕਿਹੜੇ ਖੇਤਰ ਦੇ ਵਿੱਚ ਇਹਨਾਂ ਦਾ ਰਾਜ ਸਥਾਪਿਤ ਹੋਇਆ ਸੀ, ਉਸ ਇਲਾਕੇ ਤੇ ਦਾ ਰੀਜਨ that had been earlier in the possession of Satavahan, ਜਿਹੜੇ ਇਲਾਕੇ ਪਹਿਲਾਂ ਸਤਵਾਹਨਾਂ ਦੇ ਕਬਜ਼ੇ ਦੇ ਵਿੱਚ ਸੀਗੇ। ਜੇ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ ਸਾਤਵਾਹਨ ਜਿਹੜੀ ਪੋਲਿਟੀ ਸੀ ਇਹ ਡੀਸੈਂਟਰਲਾਈਜ਼ ਸੀ, ਵਿਕੇਂਦਰੀਕ੍ਰਿਤ ਸੀ। ਲੋਕਲ ਐਡਮਿਨਿਸਟ੍ਰੇਸ਼ਨ ਹੈ ਜਿਹੜਾ ਉਹ ਲਾਰਜਲੀ ਸਮੰਤਾਂ ਦੇ ਹੱਥ ਵਿੱਚ ਸੀ, ਸਬਜੈਕਟ ਟੂ ਦਾ ਜਨਰਲ ਕੰਟਰੋਲ ਆਫ ਰਾਇਲ ਅਫੀਸ਼ੀਅਲਸ। ਠੀਕ ਹੈ, ਤੇ ਜਿਹੜਾ ਸ਼ਾਹੀ ਅਧਿਕਾਰੀ ਹੁੰਦੇ ਸੀ ਉਹ ਆਮ ਨਿਯੰਤਰਣ ਰੱਖਦੇ ਸੀ, ਤੇ ਜਿਹੜਾ ਜਗੀਰਦਾਰ ਸੀ ਉਹ ਜਿਹੜਾ ਕਰ ਇਕੱਠਾ ਕਰਨ ਦਾ ਕੰਮ ਉਹਨਾਂ ਕੋਲ ਸੀਗਾ। The king was at the apex of administrative hierarchy। ਜੇ ਅਸੀਂ ਪ੍ਰਬੰਧਕੀ ਲੜੀ ਦੀ ਗੱਲ ਕਰੀਏ ਤਾਂ ਸਭ ਤੋਂ ਉੱਪਰਲੇ ਸਿਖਰ ਦੇ ਉੱਪਰ ਰਾਜਾ ਸੀ, and considered the guardian of the established social order। ਤੇ ਜਿੰਨੇ ਸਮਾਜਿਕ ਵਿਵਸਥਾ ਦੀ ਸਥਾਪਨਾ ਹੋਈ ਸੀ ਉਹਦਾ ਸਾਰੇ ਦਾ ਰੱਖਿਅਕ ਰਾਜੇ ਨੂੰ ਸਮਝਿਆ ਜਾਂਦਾ ਸੀ। ਕਹਿਣ ਦਾ ਭਾਵ ਸਾਰਾ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਵੀ ਹੁੰਦਾ ਸੀ ਉਹ ਰਾਜੇ ਦੇ ਆਦੇਸ਼ਾਂ ਦੇ ਅਨੁਸਾਰ, ਰਾਜੇ ਦੀ ਬਣਾਈ ਹੋਈ ਵਿਵਸਥਾ ਦੇ ਅਨੁਸਾਰ ਹੀ ਚਲਾਇਆ ਜਾਂਦਾ ਸੀ। ਜਿਹੜੇ ਫਿਊਡੇਟਰੀਜ਼ ਸੀਗੀਆਂ, ਜਗੀਰਦਾਰ ਸੀਗੇ, ਉਹਨਾਂ ਦੇ 3 ਰੈਂਕ ਸੀਗੇ, 3 ਗ੍ਰੇਡ ਸੀਗੇ। ਰਾਜਾ ਜਿਹੜੇ ਕਿ ਆਪਣੇ ਨਾਮ ਦੇ ਸਿੱਕੇ ਚਲਾਉਂਦੇ ਸੀ, ਮਹਾਨ ਹੋਸ ਤੇ ਮਹਾਰਥੀ। ਠੀਕ ਹੈ, ਇਹ ਯੁੱਧ ਵਿੱਚ ਨਿਪੁੰਨ ਹੁੰਦੇ ਸੀ, ਸਕਿਲਡ ਇਨ ਵਾਰਫੇਅਰ। ਇਹਨਾਂ ਕੋਲ ਬਹੁਤ ਸਾਰਾ ਤੇ ਇੱਕ ਹੁੰਦੇ ਸੀ ਜਿਹੜੇ ਮਹਾਸੈਨਾਪਤੀ ਵੀ ਕੀ ਕਰਦੇ ਸੀ, ਇਹ ਸੈਨਾ ਦਾ ਆਰਗੇਨਾਈਜੇਸ਼ਨ ਕਰਦੇ ਸੀ। ਦੇਖੋ ਜਿਹੜੇ ਉੱਪਰ ਵਾਲੇ ਨੇ ਇਹ ਤਾਂ ਐਡਮਿਨਿਸਟ੍ਰੇਟਿਵ ਸੈਟਅਪ ਦੇਖਣਗੇ, ਇਹ ਸੈਨਾ ਦਾ ਪ੍ਰਬੰਧ ਕਰਨਗੇ, ਤੇ ਰਾਜੇ ਜਿਹੜੇ ਆ ਉਹ ਸਿਰਫ ਤੇ ਸਿਰਫ ਆਰਥਿਕ ਵਿਵਸਥਾ ਦਾ ਧਿਆਨ ਰੱਖਣਗੇ। ਉਸ ਤੋਂ ਬਾਅਦ ਜਿਹੜਾ ਸਟੇਟ ਹੈ ਜਿਹਨੂੰ ਅਸੀਂ ਕਿਹਾ ਸੀ ਕਿ ਇਹ ਲੋਕਲ ਐਡਮਿਨਿਸਟ੍ਰੇਸ਼ਨ ਦੇ ਹੱਥ 'ਚ ਸੀ, ਇਹ ਡਿਵਾਈਡ ਕੀਤਾ ਜਾਂਦਾ ਸੀ ਆਹਰਾਸ, ਜਿਹੜਾ ਇੱਕ ਈਚ ਬੀਇੰਗ ਗਵਰਨਡ ਬਾਈ ਮਿਨਿਸਟਰ ਕਾਲਡ ਅਮਾਤਿਆਸ। ਇਹਨੂੰ ਆਹਾਰਾਂ ਦੇ ਵਿੱਚ ਵੰਡਿਆ ਗਿਆ ਸੀ, ਤੇ ਇਹ ਆਹਾਰਾਂ ਨੂੰ ਕੌਣ ਕੰਟਰੋਲ ਕਰਦਾ ਸੀ, ਅਮਾਤਿਆ ਮੰਤਰੀ, ਇੱਕ ਨਾਮ ਦਾ ਮੰਤਰੀ ਸੀ। ਮਤਲਬ ਇਹਨਾਂ ਮੰਤਰੀਆਂ ਨੂੰ ਅਮਾਤਿਆ ਕਿਹਾ ਜਾਂਦਾ ਸੀ। The villages came below these administrative division। ਆਹਾਰਾਂ ਦੇ ਨੀਚੇ ਪਿੰਡ ਆਉਂਦੇ ਸੀ, ਪਿੰਡਾਂ ਨੂੰ ਗ੍ਰਾਮਿਕਾ ਚਲਾਉਂਦੇ ਸੀ, headed by ਗ੍ਰਾਮਿਕਾ। Trade also formed a critical component of Satavahan
ਕਮਿਊਨਿਟੀ। ਜਿਹੜਾ ਟ੍ਰੇਡ ਸੀ, ਵਪਾਰ ਸੀ, ਉਹ ਵੀ ਸਾਤਵਾਹਨ ਵੰਸ਼ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਸੋਪਰਾ ਤੇ ਬਰੋਚ ਵਰ ਇੰਪੋਰਟੈਂਟ ਟ੍ਰੇਡਿੰਗ ਆਊਟਪੋਸਟ, ਵਪਾਰਕ ਚੌਂਕੀਆਂ। ਕਈ ਵਾਰੀ ਇੱਥੇ ਕੁਐਸਚਨ ਪੁੱਛਿਆ ਜਾ ਸਕਦਾ ਹੈ। ਸੋਪਾਰਾ ਤੇ ਭਰੂਚ। ਈਚ ਗਰੁੱਪ ਆਫ ਸਪੈਸ਼ਲਾਈਜ਼ਡ ਟ੍ਰੇਡਰਸ ਵਰ ਆਰਗੇਨਾਈਜ਼ਡ ਇਨਟੂ ਅ ਗਿਲਡ। ਜਿਹੜਾ ਵਪਾਰੀਆਂ ਦਾ ਸੰਘ ਸੀ ਉਹਨੂੰ ਗਿਲਡ ਕਿਹਾ ਜਾਂਦਾ ਸੀ। ਹਰੇਕ ਗਿਲਡ ਦੇ ਵਿੱਚ ਇੱਕ ਸੇਠੀ ਤੇ ਇੱਕ ਆਫੀਸਰ ਹੁੰਦਾ ਸੀ, ਠੀਕ ਹੈ, ਇੱਕ ਆਫਿਸ ਹੁੰਦਾ ਸੀ। ਦੀ ਸਾਤਵਾਹਨਸ ਕੰਟਰੋਲ ਇੰਡੀਅਨ ਸੀ ਕੋਸਟ। ਸਾਤਵਾਹਨ ਭਾਰਤੀ ਜਿਹੜਾ ਮਤਲਬ ਤੱਟੀ ਇਲਾਕਾ ਸੀ ਉਹਨੂੰ ਕੰਟਰੋਲ ਕਰਦੇ ਸੀ। ਐਜ਼ ਅ ਰਿਜ਼ਲਟ, ਕਿਉਂਕਿ ਇਹਨਾਂ ਦਾ ਤੱਟ ਦੇ ਇਲਾਕਿਆਂ ਦੇ ਆਲੇ ਦੁਆਲੇ ਕੰਟਰੋਲ ਸੀ, ਤਾਂ ਸਿੱਟੇ ਵਜੋਂ ਉਹਨਾਂ ਦੇ ਗਰੋਇੰਗ ਇੰਡੀਅਨ ਟ੍ਰੇਡ ਵਿਦ ਰੋਮਨ ਐਮਪਾਇਰ, ਰੋਮਨ ਇੰਪਾਇਰ ਦੇ ਨਾਲ ਬਹੁਤ ਤਕੜੇ ਵਪਾਰਕ ਸੰਬੰਧ ਸੀ। ਦ ਪੈਰੀਪਲਸ ਆਫ ਦ ਅਰੀਥਰੀਅਨ ਸੀ ਮੈਂਸ਼ਨਸ ਟੂ ਇੰਪੋਰਟੈਂਟ ਸਾਤਵਾਹਨ ਟ੍ਰੇਡ ਸੈਂਟਰ, ਪ੍ਰਤਿਸ਼ਠਾਨ ਤੇ ਤਗਾਨ। ਇਹ ਇਹਨਾਂ ਦੇ ਦੋ ਮਤਲਬ ਅੰਤਰਰਾਸ਼ਟਰੀ ਵਪਾਰ ਦੇ ਕੇਂਦਰ ਸੀਗੇ, ਸੈਂਟਰ ਸੀਗੇ, ਪ੍ਰਤਿਸ਼ਠਾਨ ਤੇ ਤਗਾਨ। ਕਲਚਰ ਤੇ ਰਿਲੀਜਨ ਦੀ ਗੱਲ ਕਰੀਏ, ਸਾਤਵਾਹਨਸ ਮੇਡ ਸਿਗਨੀਫਿਕੈਂਟ ਕੰਟਰੀਬਿਊਸ਼ਨ ਟੁਵਰਡਸ ਇੰਡੀਅਨ ਕਲਚਰ ਐਟ ਲਾਰਜ। ਉਹਨਾਂ ਨੇ ਭਾਰਤੀ ਸੱਭਿਆਚਾਰ ਦੇ ਵਿੱਚ, ਭਾਰਤੀ ਸੰਸਕ੍ਰਿਤੀ 'ਚ ਬਹੁਤ ਯੋਗਦਾਨ ਪਾਇਆ। ਫਰਸਟ ਇੰਡੀਅਨ ਕਿੰਗ ਸੀ ਜਿਨ੍ਹਾਂ ਨੇ ਬੁੱਧਿਜ਼ਮ ਦੇ ਸਮੇਂ ਤੇ ਬ੍ਰਾਹਮਣਾਂ ਦੇ ਸਮੇਂ ਚੱਲਣ ਵਾਲੀ ਪ੍ਰਥਾ ਕਿ ਉਹ ਰਾਇਲ ਗ੍ਰਾਂਟਸ ਦਿੰਦੇ ਹੁੰਦੇ ਸੀ, ਲੈਂਡ ਦੀਆਂ ਭੂਮੀ ਦਾਨ ਕਰਦੇ ਹੁੰਦੇ ਸੀ, ਜ਼ਮੀਨ ਸ਼ਾਹੀ ਗ੍ਰਾਂਟਾਂ ਦਿੰਦੇ ਹੁੰਦੇ ਸੀ, ਉਹ ਪ੍ਰਥਾ ਇਹਨਾਂ ਨੇ ਦੁਬਾਰਾ ਚਲਾਈ। ਹਿਸਟੋਰੀਅਨਸ ਨੇ ਕਿਹਾ ਕਿ ਸਾਤਵਾਹਨਸ ਨੇ ਜਿਹੜੇ ਸਟਾਰਟਿੰਗ ਦੇ ਵਿੱਚ ਤਾਂ ਲੋਅਰ ਕਾਸਟ ਦੇ ਸੀ, ਨੀਵੀਂ ਜਾਤੀ ਦੇ ਸੀ, ਬਟ ਐਜ਼ ਦੇ ਕੰਸੋਲੀਡੇਟ ਦੇਅਰ ਫੁੱਟਹੋਲਡ ਓਵਰ ਦਾ ਡੈਕਨ, ਜਿਵੇਂ ਜਿਵੇਂ ਦੱਖਣ ਦੇ ਵਿੱਚ ਇਹਨਾਂ ਨੇ ਆਪਣੇ ਪੈਰ ਜਮਾਏ, ਉਹਨਾਂ ਨੇ ਜਿਹੜੀ ਆਪਣਾ ਸਟੋਨ ਸੀ, ਉਹਨਾਂ ਨੇ ਮਤਲਬ ਆਪਣੇ ਪੱਥਰ ਦੇ ਵਿੱਚ, ਇੱਥੇ ਸਟੋਨ ਪੱਥਰ ਦਾ ਮਤਲਬ ਨਹੀਂ, ਇੱਥੇ ਨੀ ਹੈ, ਬ੍ਰਾਹਮਿਕਲ ਟ੍ਰੈਡੀਸ਼ਨ, ਉਹਨਾਂ ਨੇ ਬ੍ਰਾਹਮਣਵਾਦੀ ਵਰਮਾਨਾਂ ਨੂੰ ਸ਼ੁਰੂ ਕਰ ਲਿਆ, ਫੋਲੋ ਕਰਨਾ ਸ਼ੁਰੂ ਕਰ ਲਿਆ, ਯਾਨੀ ਕਿ ਇਹੀ ਰੀਤੀ ਰਿਵਾਜ ਫੋਲੋ ਕਰਨੇ ਸ਼ੁਰੂ ਕਰ ਲਏ। ਨਾਸਿਕ ਇਨਸਕ੍ਰਿਪਸ਼ਨ reflects this concern as Gautamiputra Satkarni attributed to himself the title of ਕਸ਼ਤਰੀ ਦਰਪ ਮਰਦਾਨਾ, ਠੀਕ ਹੈ। ਕਹਿੰਦੇ ਨਾਸਿਕ ਇਨਸਕ੍ਰਿਪਸ਼ਨ ਵਿੱਚ ਜ਼ਿਕਰ ਮਿਲਦਾ ਹੈ ਕਿ ਗੌਤਮੀਪੁੱਤਰ ਸਤਕਰਨੀ ਨੇ ਆਪਣੇ ਆਪ ਨੂੰ ਕਾਦੀ ਉਪਾਧੀ ਦਿੱਤੀ ਸੀ, ਕਸ਼ਤਰੀ ਦਰਪ ਮਰਦਾਨਾ, ਕਹਿਣ ਦਾ ਭਾਵ ਕਸ਼ਤਰੀਆਂ ਦਾ ਨਾਸ਼ ਕਰਨ ਵਾਲਾ। ਸੇਜ ਵਿਦਿਆਨਵੇਸ਼ਵਰ ਨੇ ਆਲਸੋ ਰਾਈਟ ਅ ਕਮੈਂਟਰੀ ਔਨ ਦਾ ਯਜਨਵਲਕਾ ਸਮ੍ਰਿਤੀ ਡਿਊਰਿੰਗ ਦਾ ਸਾਤਵਾਹਨ ਪੀਰੀਅਡ। ਜੇ ਰਿਸ਼ੀ ਵਿਦਿਆਨੇਸ਼ਵਰ ਦੀ ਗੱਲ ਕਰੀਏ ਤਾਂ ਉਹਨੇ ਸਾਤਵਾਹਨ ਸਮੇਂ ਦੇ ਦੌਰਾਨ ਯਜਨਵਲਕਾ ਸਮ੍ਰਿਤੀ ਦੇ ਉੱਪਰ ਇੱਕ ਟੀਕਾ ਵੀ ਲਿਖਿਆ ਸੀ, ਇੱਕ ਕਮੈਂਟਰੀ ਲਿਖੀ। ਫਰਦਰ ਦਾ ਮੋਸਟ intriguing practice instituted by Satvahans was that metronomics। ਮੈਂ ਤੁਹਾਨੂੰ ਵੈਸੇ ਮੋਟੇ ਤੌਰ ਤੇ ਦੱਸ ਦਿੰਦੀ ਹਾਂ, ਸਾਤਵਾਹਨਾਂ ਦੀ ਜਿਹੜੀ ਸਭ ਤੋਂ ਵਧੀਆ ਇਸਟੈਬਲਿਸ਼ ਕੀਤੀ ਗਈ ਗੱਲ ਸੀ ਜਾਂ ਪ੍ਰੈਕਟਿਸ ਸੀ, ਉਹ ਕੀ ਸੀ, ਮੈਟਰੋਨੋਮਿਕਸ, ਯਾਨੀ ਕਿ ਇਹਨਾਂ ਦਾ ਜਿਹੜਾ ਨਾਮ ਸੀ, the name of the emperor was often derived from female lineage। ਜਿਹੜਾ ਇਹਨਾਂ ਦਾ ਰਾਜਿਆਂ ਦਾ ਨਾਮ ਲਿਖ ਦਿੱਤਾ ਜਾਂਦਾ ਸੀ ਉਹ ਮਾਤਾ ਤੋਂ ਲਿਆ ਜਾਂਦਾ ਸੀ, ਠੀਕ ਹੈ, ਔਰਤ ਵੰਸ਼ ਤੋਂ ਲਿਆ ਜਾਂਦਾ ਸੀ। this is particularly evident through names। ਇਹਦਾ ਸਾਨੂੰ ਪਤਾ ਲੱਗ ਰਿਹਾ, ਜਿਵੇਂ ਗੌਤਮੀ ਪੁੱਤਰ ਸਤਕਰਨੀ, ਵਸ਼ਿਸ਼ਟੀ ਪੁੱਤਰ, ਮਤਲਬ ਇੱਥੋਂ ਸਾਨੂੰ ਪਤਾ ਲੱਗ ਗਿਆ ਵੀ ਇਹ ਕਿਹੜੀ ਔਰਤ ਦੇ ਪੁੱਤਰ ਸੀ। ਰਾਜੇ ਦਾ ਨਹੀਂ ਸਾਨੂੰ ਜ਼ਿਕਰ ਆਉਂਦਾ ਵੀ ਕਿਹੜੇ ਰਾਜੇ ਦੇ ਪੁੱਤਰ ਸੀ, ਔਰਤ ਤੋਂ ਪਤਾ ਲੱਗ ਰਿਹਾ। It will be an oversimplification to conclude that Satavahan dynasty was matriarchal or matrilineal। ਜਾਨੀ ਕਿ ਇਸ ਤੋਂ ਪਤਾ ਲੱਗ ਰਿਹਾ ਹੈ, ਇਹ ਸਿੱਟਾ ਕੱਢਣਾ ਬਹੁਤ ਸਰਲ ਹੈ ਕਿ ਸਾਤਵਾਹਨ ਸਮਾਜ ਜਿਹੜਾ ਸੀ ਉਹ ਕਿਸੇ ਮਾਤਾ ਪ੍ਰਧਾਨ ਸੀ, ਠੀਕ ਹੈ। ਸਕਲਪਚਰ ਸ਼ੋ ਵੂਮਨ ਵਰਸ਼ਿਪਿੰਗ ਬੁੱਧਿਸਟ ਐਂਬਲਸ। ਔਰਤ ਦਾ ਬਹੁਤ ਮਾਨ ਸਤਿਕਾਰ ਸੀ, ਇਹਦਾ ਸਾਨੂੰ ਕਿੱਥੋਂ ਪਤਾ ਲੱਗਦਾ ਹੈ, ਜਿਹੜੀਆਂ ਮੂਰਤੀਆਂ ਤੋਂ। ਮੂਰਤੀਆਂ ਸਾਨੂੰ ਦਰਸਾਉਂਦੀਆਂ ਨੇ ਕਿ ਔਰਤਾਂ ਨੇ ਜਿਹੜੀਆਂ ਬੋਧੀ ਪ੍ਰਤੀਕਾਂ ਦੀ ਪੂਜਾ ਕਰਦੀਆਂ ਹੁੰਦੀਆਂ ਸੀ। ਟੇਕਿੰਗ ਪਾਰਟ ਇਨ ਅਸੈਂਬਲੀ ਜਿਹੜਾ ਇਕੱਠ ਹੁੰਦਾ ਉਹਦੇ ਵਿੱਚ ਹਿੱਸਾ ਲੈਂਦੀਆਂ ਸੀ। ਐਂਡ ਐਂਟਰਟੇਨਿੰਗ ਗੈਸਟਸ ਅਲੋਂਗਸਾਈਡ देयर ਹਸਬੈਂਡ, ਤੇ ਜਿਹੜਾ ਮਹਿਮਾਨਾਂ ਦਾ ਦੇਖਭਾਲ ਕਰਨਾ ਜਾਂ ਮਹਿਮਾਨਾਂ ਦੇ ਨਾਲ ਬੈਠਣਾ, ਗੱਲਾਂ ਬਾਤਾਂ ਕਰਨਾ, ਆਪਣੇ ਪਤੀ ਦੇ ਨਾਲ ਮਹਿਮਾਨਾਂ ਦੇ ਕੋਲ ਵੀ ਬੈਠਦੀਆਂ ਸੀ। ਮੋਰ ਓਵਰ ਮੈਨੀ ਵੂਮਨ ਗੇਵ ਗ੍ਰਾਂਟਸ ਟੂ ਲੈਂਡ ਟੂ ਮੌਂਕ। ਇਸ ਤੋਂ ਇਲਾਵਾ ਕੁਝ ਔਰਤਾਂ ਤਸਵੀਰਾਂ ਦੇ ਵਿੱਚ, ਮੂਰਤੀਆਂ ਦੇ ਵਿੱਚ ਦਿਖਾਈਆਂ ਗਈਆਂ ਕਿ ਉਹ ਜਿਹੜੇ ਭਿਕਸ਼ੂ ਸੀ ਉਹਨਾਂ ਨੂੰ ਭੂਮੀ ਵੀ ਦਾਨ ਕਰਦੀਆਂ ਨੇ, ਸ਼ੋਇੰਗ ਦੈਟ ਦੇ ਹੈਡ ਕੰਸੀਡਰੇਬਲ ਏਜੰਸੀ, ਜਿਸ ਤੋਂ ਇਹ ਪਤਾ ਲੱਗਦਾ ਕਿ ਉਹਨਾਂ ਦਾ ਕਾਫੀ ਜ਼ਿਆਦਾ ਅਧਿਕਾਰ ਸੀਗਾ। ਭਾਸ਼ਾ ਦੀ ਜੇ ਗੱਲ ਕਰੀਏ ਤਾਂ ਜਿਹੜੀ ਸਾਤਵਾਹਨ ਇਨਸਕ੍ਰਿਪਸ਼ਨਸ ਨੇ ਜਾਂ ਕੋਇਨਸ ਨੇ, ਉਹਨਾਂ ਦੇ ਵਿੱਚ ਮਿਡਲ ਇੰਡੋ ਆਰੀਅਨ ਲੈਂਗੁਏਜ ਹੈ ਜਿਹੜੀ ਦੇਖਣ ਨੂੰ ਮਿਲਦੀ ਹੈ। ਇਹ ਲੈਂਗੁਏਜ ਨੂੰ ਪ੍ਰਾਕ੍ਰਿਤ ਕਿਹਾ ਜਾਂਦਾ ਹੈ ਮਾਡਰਨ ਸਕਾਲਰਸ ਦੁਆਰਾ। ਹਾਊਐਵਰ ਜਿਹੜਾ ਕਨਫਲਿਕਟ ਹੈ ਰੈਫਰੈਂਸ ਲੈਂਗੁਏਜ ਦੇ ਪ੍ਰਤੀ, ਇਹ ਹਜੇ ਵੀ ਚੱਲ ਰਿਹਾ, ਮਤਲਬ ਹਜੇ ਵੀ ਇਹ ਭਰਮ, ਇਹ ਚੀਜ਼ ਦੂਰ ਨਹੀਂ ਹੋਈ ਕਿ ਕਿਹੜੀ ਭਾਸ਼ਾ ਐਗਜ਼ੈਕਟਲੀ ਯੂਜ਼ ਕੀਤੀ ਜਾਂਦੀ ਸੀ
क्योंकि ਇਹਦੀ ਐਕਚੁਅਲ ਪਛਾਣ ਨਹੀਂ ਹੋਈ, ਪਰ ਇੰਨਾ ਕੁ ਪਤਾ ਹੈ ਕਿ ਇਹ ਇੰਡੋ ਆਰੀਅਨ ਲੈਂਗੁਏਜ ਦਾ ਇੱਕ ਭਾਗ ਸੀ, ਤਾਂ ਇਹਨੂੰ ਪ੍ਰਾਕ੍ਰਿਤ ਦੇ ਨਾਮ ਨਾਲ ਅਸੀਂ ਜਾਣਦੇ ਹਾਂ। ਇਸ ਤੋਂ ਇਲਾਵਾ ਸਾਤਵਾਹਨ ਦੀਆਂ ਪੋਲੀਟੀਕਲ ਇਨਸਕ੍ਰਿਪਸ਼ਨ ਦੇ ਵਿੱਚ ਕਿਤੇ ਦੁਰਲਭ ਰੇਅਰਲੀ ਸੰਸਕ੍ਰਿਤ ਭਾਸ਼ਾ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਸਾਤਵਾਹਨਸ ਨੇ ਬਾਈਲਿੰਗੁਅਲ ਸਿੱਕੇ ਵੀ ਜਾਰੀ ਕੀਤੇ ਨੇ। ਇੱਕ ਸਾਈਡ ਦੇ ਉੱਪਰ ਮਿਡਲ ਇੰਡੋ ਆਰੀਅਨ ਲੈਂਗੁਏਜ ਜਿਹਨੂੰ ਅਸੀਂ ਪ੍ਰਾਕ੍ਰਿਤ ਕਿਹਾ ਉੱਪਰ ਉਹ ਲਿਖੀ ਹੋਈ ਹੈ, ਤੇ ਦੂਸਰੀ ਸਾਈਡ ਦੇ ਉੱਪਰ ਤਾਮਿਲ ਲੈਂਗੁਏਜ ਦਾ ਇਸਤੇਮਾਲ ਕੀਤਾ ਗਿਆ। ਜੇ ਸਿੱਕਿਆਂ ਦੀ ਗੱਲ ਕਰੀਏ, ਸਾਤਵਾਹਨਸ were the earliest Indian rulers to issue their own coins with portraits of their rulers, starting with King ਗੌਤਮੀਪੁੱਤਰ ਸਤਕਰਨੀ। ਤਾਂ ਕਈ ਵਾਰੀ ਉਲਟਾ ਪੁੱਛ ਲੈਂਦੇ ਨੇ ਕਿ ਸਤਵਾਹਨ ਦੇ ਸਮੇਂ ਸਿੱਕੇ ਸਭ ਤੋਂ ਪਹਿਲਾਂ ਕਿਹਨੇ ਇਸ਼ੂ ਕੀਤੇ ਸੀ? ਗੌਤਮੀਪੁੱਤਰ ਸਤਕਰਨੀ ਨੇ ਇਸ਼ੂ ਕੀਤੇ ਸੀ। ਸਾਤਵਾਹਨ ਅਜਿਹੇ ਪਹਿਲੇ ਰਾਜੇ ਸੀ, ਸਭ ਤੋਂ ਪੁਰਾਣੇ ਭਾਰਤੀ ਸ਼ਾਸਕ ਸੀ ਜਿਨ੍ਹਾਂ ਨੇ ਸਿੱਕਿਆਂ ਦੇ ਉੱਪਰ ਆਪਣੇ ਰਾਜਿਆਂ ਦੇ ਪੋਰਟਰੇਟ ਬਣਵਾਏ ਸੀ। A practice derived from that of western kshatriyas he defeated। ਇਹ ਪ੍ਰੈਕਟਿਸ, ਇਹ ਅਭਿਆਸ ਇਹਨਾਂ ਨੇ ਕਿਤੋਂ ਫੋਲੋ ਕੀਤਾ ਸੀ? ਵੈਸਟਰਨ ਕਸ਼ਤਰਸ ਤੋਂ ਫੋਲੋ ਕੀਤਾ ਸੀ, ਜਿਨ੍ਹਾਂ ਨੂੰ ਇਹਨਾਂ ਨੇ ਗੌਤਮੀਪੁੱਤਰ ਸਤਕਰਨੀ ਨੇ ਹਰਾਇਆ ਸੀ। Thousands of lead, copper and Satavahan coins have been discovered in the Deccan region। ਹਜ਼ਾਰਾਂ ਦੀ ਗਿਣਤੀ ਵਿੱਚ ਸੀਸੇ ਦੇ, ਤਾਂਬੇ ਦੇ ਸਿੱਕੇ ਸਾਤਵਾਹਨਾਂ ਦੇ ਪ੍ਰਾਪਤ ਹੋਏ ਨੇ ਡੈਕਨ ਰੀਜਨ ਦੇ ਵਿੱਚ। ਕੁਝ ਕੁ ਜਿਹੜੇ a few gold and silver coins are also available। ਕੁਝ ਕੁ ਸੋਨੇ ਤੇ ਚਾਂਦੀ ਦੇ ਸਿੱਕੇ ਵੀ ਮਿਲੇ ਨੇ। Architecture, the sculptures of the Amaravati Stupa represent that the architectural development of the Satavahan period। यानी कि सातवाहन समय ਦੀ ਕਲਾਕਾਰੀ ਦਾ, ਆਰਕੀਟੈਕਚਰ ਦਾ, ਭਵਨ ਨਿਰਮਾਣ ਕਲਾ ਦਾ ਸਭ ਤੋਂ ਵੱਡਾ ਸਬੂਤ ਜਿਹੜਾ ਹੈ ਉਹ ਅਮਰਾਵਤੀ ਸਤੂਪ ਹੈ। They built Buddhist stupas in Amaravati। ਇਹਨਾਂ ਨੇ ਹੀ ਸਾਤਵਾਹਨ ਰਾਜਾ ਨੇ ਅਮਰਾਵਤੀ ਦੇ ਵਿੱਚ 95 ਫੁੱਟ ਉੱਚਾ ਬੋਧੀ ਸਤੂਪ ਬਣਵਾਇਆ ਸੀ। ਕਈ ਵਾਰੀ ਹਾਈਟ ਪੁੱਛ ਲੈਂਦੇ ਨੇ ਜਾਂ ਕਿਹਨੇ ਬਣਵਾਇਆ ਸੀ ਇਹ ਪੁੱਛ ਲੈਂਦੇ ਨੇ। They also constructed at large number of stupas at Goli, Jaghipeta, Gantasala, Amaravati, Botipallu and Shri Parbatam। ਇਹਨਾਂ ਨੇ ਕਈ ਥਾਵਾਂ ਦੇ ਉੱਪਰ ਇਹਨਾਂ ਰਾਜਾ ਨੇ ਸਤੂਪਾਂ ਦਾ ਨਿਰਮਾਣ ਕਰਵਾਇਆ ਸੀ। ਜਿਹੜੀਆਂ ਅਜੰਤਾ ਪੇਂਟਿੰਗਸ ਨੇ, ਅਜੰਤਾ ਕੇਵਸ ਵੀ ਅਸੀਂ ਬੋਲ ਦਿੰਦੇ ਹਾਂ, ਇਹਦੇ ਵਿੱਚੋਂ 9 ਤੇ 10 caves 9 and 10 containing Ajanta paintings were patronized by Satavahan। ਜਿਹੜੀ ਅਜੰਤਾ ਕੇਵ ਦੇ ਵਿੱਚ 9 ਤੇ 10 ਨੰਬਰ ਕੇਵ ਆ, ਉਹਦੀਆਂ ਜਿਹੜੀਆਂ ਪੇਂਟਿੰਗਸ ਹੈ ਉਹ ਵੀ ਸਾਤਵਾਹਨ ਦੁਆਰਾ ਕਰਵਾਈਆਂ ਗਈਆਂ ਸੀ। ਐਂਡ ਦਾ ਪੇਂਟਿੰਗ ਥਰੂ ਆਊਟ ਦਾ ਕੇਵਸ ਅਪੀਅਰ ਟੂ ਹੈਵ ਸਟਾਰਟਡ ਵਿਦ them। ਤੇ ਪੂਰੀਆਂ ਕੇਵਸ ਦੇ ਵਿੱਚ ਜਿਹੜੀ ਪੇਂਟਿੰਗ ਹੈ ਐ ਲੱਗਦਾ ਵੀ ਉਹ ਸਾਤਵਾਹਨ ਰਾਜਾ ਨੇ ਹੀ ਸ਼ੁਰੂ ਕਰਵਾਈ ਸੀ। ਅਸ਼ੋਕਾ, ਅੱਛਾ ਇਹਨਾਂ ਦੋ ਪੇਂਟਿੰਗ ਕੇਵਸ ਦੀ ਉਹੀ ਗੱਲ ਕੀਤੀ ਗਈ ਹੈ ਕਿ ਇਹਨਾਂ ਦੋਨਾਂ ਕੇਵਸ ਦੇ ਵਿੱਚ ਜਿੰਨੀ ਵੀ ਪੇਂਟਿੰਗ ਹੋਈ ਵੀ ਹੈ ਇਹ ਸਾਤਵਾਹਨ ਰਾਜਾ ਨੇ ਕਰਵਾਈ ਸੀ, ਤੇ ਇਹਨਾਂ ਤੋਂ ਹੀ ਪੇਂਟਿੰਗ ਦੀ ਜਿਹੜੀ ਸ਼ੁਰੂ ਹੋਈ ਸੀ ਉੱਥੇ, ਮਤਲਬ ਕੇਵਸ ਦੇ ਵਿੱਚ ਪੇਂਟਿੰਗ ਕਰਨ ਦੀ ਪ੍ਰਥਾ। ਅਸ਼ੋਕਨ ਸਤੂਪਸ ਵਰ ਇਨਲਾਰਜਡ। ਜਿਹੜੇ ਅਸ਼ੋਕ ਦੇ ਬਣਵਾਏ ਹੋਏ ਸਤੂਪ ਸੀ ਉਹ ਇਹਨਾਂ ਨੇ ਵੱਡੇ ਕਰਵਾਏ। The earlier bricks and wood works being replaced with stone works। ਜਿਹੜੇ ਇੱਟਾਂ ਤੇ ਲੱਕੜੀ ਦਾ ਕੰਮ ਸੀ ਉਹਦੀ ਥਾਂ ਤੇ ਇਹਨਾਂ ਨੇ ਸਟੋਨ ਵਰਕ ਕਰਵਾਇਆ। The most famous of these monuments are the stupas। ਸਭ ਤੋਂ ਫੇਮਸ ਇਹਨਾਂ ਦੇ ਸਤੂਪਸ ਨੇ। The most famous among them being the Amaravati Stupa and the Nagarjuna Stupa। ਬਸ ਇਹ ਚੀਜ਼ ਯਾਦ ਰੱਖਣੀ ਹੈ, ਇਹਨਾਂ ਦੇ ਦੋ ਹੀ ਫੇਮਸ ਸਤੂਪ ਨੇ, ਪੇਪਰ 'ਚ ਅਕਸਰ ਪੁੱਛ ਲਏ ਜਾਂਦੇ ਨੇ, ਅਮਰਾਵਤੀ ਸਤੂਪ ਤੇ ਨਾਗਾ ਅਰਜੁਨ ਕੋਂਡਾ ਸਤੂਪ, ਜਿਨ੍ਹਾਂ ਦਾ ਨਿਰਮਾਣ ਸਾਤਵਾਹਨ ਰਾਜਾ ਨੇ ਕਰਵਾਇਆ। ਪੇਂਟਿੰਗਸ ਦੀ ਜੇ ਗੱਲ ਕਰੀਏ ਤਾਂ ਸਾਤਵਾਹਨ ਪੇਂਟਿੰਗਸ ਹੈ ਜਿਹੜੀਆਂ अर्ली surviving specimens in the India and they are found to only at the Ajanta caves। ਇਹਨਾਂ ਦੁਆਰਾ ਬਣਾਈਆਂ ਗਈਆਂ ਜਿਹੜੀਆਂ ਪੇਂਟਿੰਗਸ ਦਾ ਸਾਨੂੰ ਸਬੂਤ ਮਿਲਦਾ ਉਹ ਸਿਰਫ ਤੇ ਸਿਰਫ ਅਜੰਤਾ ਕੇਵ ਤੋਂ ਮਿਲਦਾ, ਠੀਕ ਹੈ, ਕਿਉਂਕਿ ਉਦੋਂ ਪਹਿਲਾਂ ਵਾਲੀਆਂ ਜਿਹੜੀਆਂ ਹੈਗੀਆਂ ਉਹ ਸ਼ਾਇਦ ਨਹੀਂ ਬਚੀਆਂ। Vagaries of nature and some vandalism have taken a heavy toll on the Ajanta caves। ਕੁਦਰਤ ਨੇ ਕਹਿੰਦਾ ਵਿਨਾਸ਼ ਕੀਤਾ ਅਜੰਤਾ ਕੇਵਸ ਦਾ ਵੀ, ਇਸ ਲਈ ਥੋੜੇ ਜਿਹੇ ਹਿੱਸੇ only a few fragments related to Satavahan have survived in the cave number 9 and 10, both of which are Chaityagraha with stupas। ਕਹਿੰਦਾ ਕੁਝ ਕੁ ਨਮੂਨੇ 9 ਨੰਬਰ ਤੇ 10 ਨੰਬਰ ਕੇਵ ਦੇ ਵਿੱਚ ਸਾਤਵਾਹਨ ਦੀ ਪੇਂਟਿੰਗ ਦੇ ਸਾਨੂੰ ਮਿਲੇ ਨੇ, ਜਿਨ੍ਹਾਂ ਦੇ ਵਿੱਚੋਂ ਦੋਨੇ ਦੇ ਦੋਨੇ ਕੀ ਨੇ? ਚੈਤਿਆਗ੍ਰਹਿ ਨੇ। ਕੱਲ ਦੱਸਿਆ ਸੀ ਕਿ ਚੈਤਿਆਗ੍ਰਹਿ ਕੀ ਹੁੰਦੇ ਨੇ? ਇਹਨਾਂ ਦੇ ਪ੍ਰੇਅਰ ਹਾਲ ਹੁੰਦੇ ਨੇ ਜਿਨ੍ਹਾਂ ਦੇ ਸੈਂਟਰ ਦੇ ਵਿੱਚ ਇੱਕ ਸਤੂਪ ਹੁੰਦਾ ਹੈ। As evident above, they revived Vedic Brahmanism and the corresponding rituals like the Ashwamedh Yajna। ਤੁਹਾਨੂੰ ਉੱਪਰ ਮੈਂ ਦੱਸ ਕੇ ਆਈ ਹਾਂ ਕਿ ਜਿਹੜੇ ਸਾਤਵਾਹਨ ਸੀਗੇ ਇਹ ਪਹਿਲਾਂ ਕਿਸੇ ਛੋਟੀ ਜਾਤੀ ਦੇ ਸੀ, ਪਰ ਜਿਵੇਂ ਜਿਵੇਂ ਇਹਨਾਂ ਨੇ ਸ਼ਕਤੀ ਗੇਨ ਕੀਤੀ ਤਾਂ ਇਹਨਾਂ ਨੇ ਬ੍ਰਾਹਮਿਕ ਜਿਹੜੀਆਂ ਰੀਤੀ ਰਿਵਾਜ ਸੀ ਉਹਨਾਂ ਨੂੰ ਫੋਲੋ ਕੀਤਾ, ਤਾਂ ਇਸ ਤਰੀਕੇ ਨਾਲ ਇਹਨਾਂ ਨੇ ਅਸ਼ਵਮੇਧ ਯੱਗ ਕਰਨ ਦੀ ਜਿਹੜੀ ਪ੍ਰਥਾ ਸੀ ਉਹਨੂੰ ਵੀ ਮੁੜ ਸੁਰਜੀਤ ਕਰਤਾ। Their assimilation of faiths, military power
and trading powerless makes them one of the most important empire in the history of the Deccan region and at large that of ਭਾਰਤਵਰਸ਼। ਕਹਿੰਦਾ ਇਹਨਾਂ ਦੇ ਵਿਸ਼ਵਾਸ, ਇਹਨਾਂ ਦੀ ਫੌਜੀ ਸ਼ਕਤੀ ਤੇ ਵਪਾਰਕ ਸ਼ਕਤੀ ਦਾ ਇਹਨਾਂ ਨੇ ਜਿਹੜਾ ਪ੍ਰਸਾਰ ਕੀਤਾ ਵੱਡੇ ਪੱਧਰ ਤੇ ਭਾਰਤ ਦੇ ਦੱਖਣ ਖੇਤਰ ਦੇ ਵਿੱਚ। ਇਹ ਭਾਰਤ ਦੇ ਇਤਿਹਾਸ ਵਿੱਚ ਇਹਨਾਂ ਨੂੰ ਇੱਕ ਬਹੁਤ ਮਹੱਤਵਪੂਰਨ ਸਾਮਰਾਜ ਬਣਾਉਂਦੀ ਹੈ। ਠੀਕ ਹੈ ਜੀ, ਤਾਂ ਇਹ ਸਾਰਾ ਸੀ ਸਾਡਾ ਸਾਤਵਾਹਨ ਵੰਸ਼ ਬਾਰੇ, ਜਾਂ ਇਹ ਕਹਿ ਲਓ ਕਿ ਜਿੰਨੀਆਂ ਵੀ ਡਾਇਨੈਸਟੀਜ਼ ਇਸਟੈਬਲਿਸ਼ ਹੋਈਆਂ ਆਫਟਰ ਦ ਮੌਰਿਆਸ, ਉਹਨਾਂ ਦੇ ਜਿਹੜੇ ਮਤਲਬ ਆਏ ਕਹਿ ਲਓ ਅਵਸ਼ੇਸ਼ਾਂ ਤੋਂ ਜਿਹੜੀਆਂ ਡਾਇਨੈਸਟੀਜ਼ ਨਿਕਲੀਆਂ ਸੀਗੀਆਂ ਉਹ ਆਪਾਂ ਪੜ੍ਹ ਲਈਆਂ। ਸ਼ੁੰਗ ਡਾਇਨੈਸਟੀ ਪੜ੍ਹ ਲਈ, ਸ਼ੁੰਗ ਤੋਂ ਬਾਅਦ ਕਨਵ ਡਾਇਨੈਸਟੀ ਆਈ, ਉਸ ਤੋਂ ਬਾਅਦ ਅਲੱਗ-ਅਲੱਗ ਖੇਤਰਾਂ ਦੇ ਵਿੱਚ ਅਲੱਗ-ਅਲੱਗ ਸ਼ਕਤੀਆਂ ਦਾ ਰਾਜ ਹੋਇਆ, ਪਰ ਜਿਹੜੀ ਸਭ ਤੋਂ ਮੋਸਟ ਪ੍ਰੋਮੀਨੈਂਟ ਉੱਭਰ ਕੇ ਸਾਹਮਣੇ ਆਈ ਸੀ ਦੈਟ ਵਾਜ਼ ਸਾਤਵਾਹਨ ਡਾਇਨੈਸਟੀ। ਤਾਂ ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਇਹ ਵਾਲਾ ਟੌਪਿਕ ਤੁਹਾਨੂੰ ਸਮਝ ਆਇਆ ਹੋਵੇਗਾ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਅਗਰ ਤੁਸੀਂ ਆਨਲਾਈਨ ਕਲਾਸਿਸ ਸਾਡੇ ਨਾਲ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ, ਤੁਸੀਂ ਉਸ ਤੇ ਕੰਟੈਕਟ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।